ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਡੰਡੌਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਸੇਵ ਕੀਤੀ ਸੰਤੋਖਈ, ਜਿਨੀ ਸਚੋ ਸਚ ਧਿਆਇਆ। ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀ ਅਗਲਾ, ਨਿਤ ਦੇਵਹਿ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ, ਤੂੰ ਬਖਸ਼ਿਸ਼ੀ ਅਗਲਾ। ਨਿਤ ਦੇਵਹਿ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਆਸਾ ਕੀ ਵਾਰ ਦੀ ਲੜੀ ਵੀ ਵਾਰ ਗੁਰੂ ਸਾਹਿਬ ਨੇ ਤਰਸ ਕਰਕੇ ਵਿਚਾਰ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਹੈ। ਦੂਸਰਾ ਸ਼ਲੋਕ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ।
ਦੋਨਾਂ ਸ਼ਲੋਕਾਂ ਦਾ ਸਬਜੈਕਟ ਪ੍ਰਕਰਨ ਇੱਕੋ ਹੈ, ਹਉਮੈ। ਉਸ ਤੋਂ ਬਾਅਦ ਜਿਹੜੀ ਪੌੜੀ ਹੈ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਸੁਬਹ ਅਸੀਂ ਵਿਚਾਰ ਇਸ ਸ਼ਲੋਕ ਤੇ ਕਰ ਰਹੇ ਸਾਂ ਕਿ ਹਉਮੈ ਦੀਰਘ ਰੋਗ ਹੈ, दारू पी इस माहे, किरपा करे जे आपनी ता गुर का शब्द कमाहे। नानक कहे सुनो जनो इत संयम दुख जाए। उस लड़ी नूं पौड़ी दी विचार प्रारंभ करन तो पहला आप जी दे सन्मुख बेनती कर सकां। आप जितने गुरु चरना विच उपस्थित हो, हाजिर हो, आओ अपने अंदर नूं टिकाण दा थोड़ा जिहा यतन करिए, क्योंकि जे रोज़ाना टिकाण दा अभ्यास करांगे सच एवे कि एक दिन अंदर जरूर टिकेगा। भाई गुरदास साहब दे बोल ने, वो कहंदे ने दीवा बलदा है ते पतंगा रोज़ दीवे नूं देखण जांदा है। ਉਹ ਭੰਬਟ ਦੀਵੇ ਦੀ ਪਰਿਕਰਮਾ ਕਰਦਾ ਹੈ ਤੇ ਵਾਪਸ ਆ ਜਾਂਦਾ ਹੈ, ਰੋਜ਼ਾਨਾ ਜਾ ਰਿਹਾ ਹੈ। ਪਰ ਇੱਕ ਦਿਨ ਉਹ ਪਰਿਕਰਮਾ ਕਰਦਾ ਕਰਦਾ ਆਪਣਾ ਆਪਾ ਭੁੱਲ ਜਾਂਦਾ ਹੈ ਤੇ ਉਹੀ ਪਤੰਗਾ ਜਿਹੜਾ ਦੀਵੇ ਦੇ ਵਿੱਚ ਹੀ ਸਮਾ ਜਾਂਦਾ ਹੈ। ਰੋਜ਼ਾਨਾ ਬੰਦਾ ਥੋੜਾ ਥੋੜਾ ਵੀ ਅਭਿਆਸ ਕਰੇ ਅੰਦਰ ਨੂੰ ਟਿਕਾਣ ਲਈ, ਸੱਚ ਇਹ ਸ਼ਬਦ ਸਾਡੇ ਅੰਦਰ ਨੂੰ ਜ਼ਰੂਰ ਟਿਕਾਏਗਾ। ਤੇ ਸ਼ਬਦ ਤੋਂ ਬਿਨਾਂ ਟਿਕਾਣਾ ਵੀ ਕਿਸ ਨੇ, क्योंकि जे फिजिकल तौर पर दिसदी कोई चीज़ कोई हुंदी मन, तो बंदा शायद किसी तरीके नाल इनू टांके ला के टिका लैंदा, स्टिचिंग हो जाती। पर नहीं, वो दिसदा ही नहीं। जिहड़ा अनदिस है ही वो ख्याल, तो ख्याल नू केवल शब्द ही टिका सकता है, क्योंकि ख्याल नू दुनिया की होर कोई ताकत टिका ही नहीं सकती। आओ अंदर नू टिकाण दा जरूर यतन करिया करिए। ਉਹਦੇ ਟਿਕਣ ਦਾ ਇੱਕੋ ਕਾਰਨ ਕਿ ਵਰਤਮਾਨ ਵਿੱਚ ਬੰਦਾ ਜੀਏ। ਜਦੋਂ ਵੀ ਆਪਾਂ ਜੀਏ, ਜਿਸ ਥਾਂ ਤੇ ਬੈਠੇ ਹਾਂ ਉਸ ਵਿੱਚ ਪੂਰੇ ਖੁੱਭ ਕੇ ਜੀਏ। ਮੇਰੀ ਬੇਨਤੀ ਹੈ ਇੱਥੋਂ ਤੱਕ ਕੱਲਾ ਗੁਰਦੁਆਰਾ ਹੀ ਨਹੀਂ, ਬੰਦਾ ਤਾਂ ਸੱਚੀ ਗੱਲ ਜੇ ਪ੍ਰਸ਼ਾਦਾ ਛਕਦਿਆਂ ਵੀ ਵਰਤਮਾਨ 'ਚ ਨਹੀਂ ਜੀਂਦਾ। ਛਕ ਪ੍ਰਸ਼ਾਦਾ ਰਿਹਾ ਤੇ ਜੀਵ ਉੱਥੇ ਵੀ ਕਿਸੇ ਹੋਰ ਥਾਂ ਤੇ ਰਿਹਾ। ਜਿਹੜਾ ਬੰਦਾ ਵਰਤਮਾਨ 'ਚ ਮੁਕੰਮਲ ਤੌਰ ਤੇ ਇਕਾਗਰ ਹੋ ਕੇ ਜੀਂਦਾ, ਉਹ ਹਰ ਚੀਜ਼ ਦਾ ਰਸ ਮਾਣ ਜਾਂਦਾ ਹੈ। ਆਪ ਜੀ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਕਥਨ ਔਰ ਸਰੋਤ ਨੂੰ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਭੂ ਦੇ ਹੁਕਮ ਨਾਲ ਜਿਹੜੀ ਜਨਮ ਤੋਂ ਸਾਡੇ ਨਾਲ ਪੈਦਾ ਹੋਈ, ਉਸ ਨੂੰ ਹਉਮੈ ਸ਼ਬਦ ਕਿਹਾ ਹੈ। ਉਹ ਜੀਵ ਦੇ ਨਾਲ ਪਰਮਾਤਮਾ ਨੇ ਜਨਮ ਤੋਂ ਹੀ ਪੈਦਾ ਕਰ ਦਿੱਤੀ ਹੈ। ਫਿਰ ਇਹਨੂੰ ਬੇਨਤੀ ਨੂੰ ਸੁਣਿਓ। ਅੱਜ ਮੇਰੇ ਮਾਨਸਿਕ ਕਰਮ ਕਰਕੇ ਤਾਂ ਹਉਮੈ ਪੈਦਾ ਹੋਈ ਨਹੀਂ। ਜਿੱਦਣ ਇਹਦੀ ਸ਼ੁਰੂਆਤ ਹੋਈ, ਇਹ ਕਰਮ ਕਰਕੇ ਹਉਮੈ ਨਹੀਂ ਪੈਦਾ ਹੋਈ। ਸੱਚ ਇਹ ਹਉਮੈ ਕਰਕੇ ਬੰਦਾ ਕਰਮਾਂ ਦੇ ਬੰਧਨਾਂ ਵਿੱਚ ਪੈ ਗਿਆ। ਪਰਮਾਤਮਾ ਨੇ ਜਿਸ ਦਿਨ ਇਹਦੀ ਪੈਦਾਇਸ਼ ਕੀਤੀ, ਉਸ ਦਿਨ ਉਹਦੇ ਹੁਕਮ ਵਿੱਚ ਹੀ ਹਉਮੈ ਨੂੰ ਪੈਦਾ ਕਰ ਦਿੱਤਾ। ਹਉਮੈ ਅਧੀਨ ਹੋਏ ਬੰਦੇ ਨੇ ਕਰਮ ਸ਼ੁਰੂ ਕੀਤੇ ਤੇ ਕਰਮਾਂ ਦੇ ਬੰਧਨ ਵਿੱਚ ਬੱਝਾ ਹੋਇਆ ਇਹ ਜਨਮ ਤੇ ਮਰਨ ਦੇ ਗੇੜੇ ਵਿੱਚ ਪੈ ਗਿਆ। ਜੇ ਫਿਰ ਕਰਮ ਤੋਂ ਬਿਨਾਂ ਹਉਮੈ ਪੈਦਾ ਹੀ ਨਹੀਂ ਹੋਈ ਤੇ ਫਿਰ ਕਰਮਾਂ ਨਾਲ ਛੁੱਟੇਗੀ ਵੀ ਕਿਵੇਂ? ਗੱਲ ਥੋੜੀ ਜਿਹੀ ਬਰੀਕ ਕੇ ਸਮਝੋਗੇ, ਸਮਝ ਪਏਗੀ। ਹਜ਼ੂਰ ਨੇ ਅੱਜ ਸਵੇਰੇ ਸ਼ਬਦ ਅਸੀਂ ਪੜ੍ਹ ਰਹੇ ਸਾਂ, ਹਉਮੈ ਏਕਾ ਜਾਤ ਹੈ, ਹਉਮੈ ਕਰਮ ਕਮਾਏ। ਤੇ ਮੈਂ ਅਰਜ਼ ਕੀਤੀ ਸੀ, ਜਾਤ ਦਾ ਅਰਥ ਇੱਥੇ ਵੇ ਜਨਮ, ਜਾਤ ਦਾ ਅਰਥ ਹੈ ਸਿਰਜਣ ਦੀ ਪ੍ਰਕਿਰਿਆ।
ਇੱਥੇ ਜਾਤ ਦਾ ਅਰਥ ਹੈ ਉਤਪਤੀ ਦੀ ਕਿਰਿਆ। ਹਉਮੈ ਇਹ ਆ ਜਾਤ ਦਾ ਅਰਥ ਹੈ ਜਦੋਂ ਇਨਸਾਨ ਦਾ ਜਨਮ ਹੋਇਆ ਹੈ, ਜਿਸ ਦਿਨ ਸਾਡਾ ਆਤਮਾ ਸਫ਼ਰ 'ਚ ਸ਼ੁਰੂ ਹੋਇਆ ਹੈ। ਸੱਚੀ ਗੱਲ ਜੇ ਸਾਰੀ ਉਹਦੀ ਖੇਡ ਵਿੱਚ ਉਹ ਜਿੰਨੀ ਦੇਰ ਤੱਕ ਖੇਡੇ ਓਨੀ ਦੇਰ ਤੱਕ ਗਰਾਊਂਡ ਦੇ ਨੇਮ ਨੇ। ਜਿੱਦਣ ਪਿਆਰਿਓ ਖੇਡ ਖਤਮ ਹੋ ਜਾਏ ਉਦੋਂ ਕੋਈ ਨੇਮ ਨਹੀਂ ਜੇ ਰਹਿੰਦਾ। ਇਹ ਜਿੰਨੀ ਵੀ ਸੰਸਾਰ ਦੀ ਖੇਡ ਬਣਾਈਏ ਇਹ ਪਰਮਾਤਮਾ ਦੇ ਬਣਾਏ ਕੋਈ ਨੇਮ ਨੇ, ਪਰ ਜਿੱਦਣ ਉਹਨੇ ਖੇਡ ਉਚਾੜ ਦਿੱਤੀ ਨਾ ਹਉਮੈ ਰਹਿਣੀ ਹੈ, ਨਾ ਕੋਈ ਚੰਗਾ ਰਹਿਣਾ, ਨਾ ਕੋਈ ਮੰਦਾ ਰਹਿਣਾ ਹੈ। ਫਿਰ ਬੇਨਤੀ ਹੈ ਹੁਣ ਉਹ ਹਉਮੈ ਸਾਡੇ ਜੀਵ ਜਿਹੜਾ ਸਾਡਾ ਜੀਵ ਤੱਤਵ ਹੈ, ਇਹਨੂੰ ਫਿਰ ਬੇਨਤੀ ਕਰਾਂ ਜੀਵ ਤੱਤਵ ਜਿਹਨੂੰ ਆਪਾਂ ਕਹਿੰਦੇ ਇੱਕ ਈਸ਼ਵਰ ਤੱਤ ਹੈ। ਅਸੀਂ ਇੱਕ ਸ਼ਬਦ ਵਰਤਨਿਆ ਆਤਮਾ ਤੇ ਇੱਕ ਸ਼ਬਦ ਵਰਤਨਿਆ ਪਰਮਾਤਮਾ। ਇੱਕ ਜੀਵ ਕੋਟੀ ਹੈ, ਇੱਕ ਈਸ਼ਵਰ ਕੋਟੀ ਹੈ। ਜਿਹੜਾ ਸਾਡਾ ਜੀਵ ਤੱਤ ਹੈ, ਜਦੋਂ ਪ੍ਰਭੂ ਨੇ ਇਹ ਪੈਦਾ ਕੀਤਾ ਉਹਨੇ ਨਾਲੇ ਹਉਮੈ ਪਾਏ। ਕਰਮ ਤਾਂ ਇਹਨੇ ਕੀਤੇ ਹੀ ਕੋਈ ਨਹੀਂ ਸੀ, ਪਰ ਉਹਨੇ ਕਰਮ ਤੋਂ ਬਿਨਾਂ ਹੀ ਇਹਦੇ ਨਾਲ ਹੁਕਮ 'ਚ ਹਉਮੈ ਪਾ ਦਿੱਤੀ, ਕਿਉਂਕਿ ਉਹਦੇ ਹਉਮੈ ਤੋਂ ਬਿਨਾਂ ਖੇਡ ਨਹੀਂ ਚੱਲਣੀ ਸੰਸਾਰ ਦੀ। ਕਿਉਂਕਿ ਦੋ ਪਾਤਰ ਹੋਣਗੇ ਤੇ ਖੇਡ ਅੱਗੇ ਚੱਲੇਗੀ। ਪਿਆਰਿਓ ਇੱਕ ਬੰਦਾ ਖੇਡਣ ਵਾਲਾ ਕਦੀ ਵੀ ਰਸ ਨਹੀਂ ਲੈ ਸਕਦਾ। ਦੁਵੱਲੇ ਹੋਣਗੇ ਤੇ ਖੇਡ ਰਚੀ ਜਾਏਗੀ। ਉਹਨੇ ਸੱਚ ਐਵੇਂ ਪੁੰਨ ਤੇ ਪਾਪ ਖੇਡ ਵਿੱਚ ਬਣਾਏ, ਉਹਨੇ ਚੰਗੇ ਤੇ ਮੰਦੇ ਖੇਡ ਵਿੱਚ ਬਣਾਏ, ਉਹਨੇ ਹੁਕਮ ਤੇ ਹਉਮੈ ਖੇਡ ਵਿੱਚ ਬਣਾ ਦਿੱਤੇ। ਸੱਚ ਐਵੇਂ ਉਹਨੇ ਸੰਤ ਤੇ ਸਾਕਤ ਆਪਣੀ ਖੇਡ ਵਿੱਚ ਬਣਾ ਦਿੱਤੇ। ਉਹਨੇ ਚੰਗਿਆਈਆਂ ਤੇ ਬੁਰਾਈਆਂ ਆਪਣੀ ਖੇਡ ਵਿੱਚ ਬਣਾਈਆਂ। ਉਹਨੇ ਅੰਮ੍ਰਿਤ ਤੇ ਬਿਖ ਆਪਣੀ ਖੇਡ 'ਚ ਬਣਾ ਦਿੱਤਾ। ਪਰ ਜਦੋਂ ਜੀਵ ਪੈਦਾ ਹੋਇਆ ਇਹ ਕਰਮਾਂ ਕਰਕੇ ਹਉਮੈ ਨਹੀਂ ਚੰਬੜੀ। ਇਹ ਜੀਵ ਤੱਤਵ ਦੀ ਸ਼ੁਰੂਆਤ ਤੋਂ ਹਉਮੈ ਹੈ, ਪਰ ਹਉਮੈ ਅਧੀਨ ਬੰਦਾ ਕਰਮ ਕਰਦਾ, ਉਹ ਕਰਮ ਫਿਰ ਬੰਧਨ ਬਣ ਜਾਂਦੇ ਨੇ। ਉਹੀ ਕਰਮ ਇਹਨੂੰ ਜਕੜੀ ਫਿਰਦੇ ਨੇ। ਮੇਰੇ ਸਤਿਗੁਰਾਂ ਨੇ ਕਿਹਾ ਕਿ ਫਿਰ ਉਹਨਾਂ ਕਰਮਾਂ ਦਾ ਬੱਧਾ ਬੰਦਾ ਸਰੀਰ ਧਾਰਨ ਕਰਦਾ ਤੇ ਉਸੇ ਹਉਮੈ ਦਾ ਬੱਧਾ ਦੁਨੀਆ ਤੋਂ ਚਲੇ ਜਾਂਦਾ। ਰਾਤ ਅਸੀਂ ਸ਼ੁਰੂਆਤ ਕੀਤੀ ਸੀ ਹਉ ਵਿੱਚ ਆਇਆ, ਹਉ ਵਿੱਚ ਗਿਆ। ਇਹਦਾ ਮਤਲਬ ਜਦੋਂ ਆਇਆ ਉਦੋਂ ਵੀ ਹਉਮੈ 'ਚ, ਜਦੋਂ ਤੁਰਿਆ ਉਦੋਂ ਹਉਮੈ ਕਰਮ ਬਣ ਗਈ। ਜਦੋਂ ਫਿਰ ਸੁਣਿਓ ਜਦੋਂ ਆਇਆ ਉਦੋਂ ਕਰਮ ਨਹੀਂ ਬਣ ਕੇ ਆਈ, ਉਦੋਂ ਨਾਲ ਇੱਕੋ ਸ਼ਕਤੀ ਬਣਾ ਦਿੱਤੀ। ਤੇ ਜਦੋਂ ਤੁਰਿਆ ਇਸ ਹਉਮੈ ਨੇ ਕਿਹਾ ਹੁਣ ਮੈਂ ਇਕੱਲੀ ਨਹੀਂ, ਮੈਂ ਆਪਣਾ ਪਰਿਵਾਰ ਵਧਾ ਲਿਆ। ਹਉਮੈ ਨੇ ਕਰਮਾਂ ਦਾ ਬੰਧਨ ਇਸ ਜੀਵ ਦੇ ਗਲ ਵਿੱਚ ਪਾ ਦਿੱਤਾ। ਬੰਧਨ ਉਹਨੇ ਬਣਾਇਆ। ਹਉ ਵਿੱਚ ਆਇਆ ਤੇ ਹਉ ਵਿੱਚ ਹੀ ਚਲਾ ਗਿਆ। ਤੇ ਮਹਾਰਾਜ ਕਹਿੰਦੇ ਜੰਮਿਆ ਵੀ ਹਉ ਵਿੱਚ ਤੇ ਮਰਿਆ ਵੀ ਹਉ ਵਿੱਚ। ਫਿਰ ਦੇਖੋ ਜਨਮ ਤੋਂ ਲੈ ਕੇ ਮੌਤ ਤੱਕ ਜਿੰਨੇ ਕਰਮ ਕੀਤੇ ਉਹ ਸਾਰੇ ਤਕਰੀਬਨ ਜ਼ਿਆਦਾ ਹਉਮੈ ਦੇ ਅਧੀਨ ਕੀਤੇ। ਉਹ ਅਸੀਂ ਵਾਚ ਚੁੱਕੇ ਹਾਂ। ਉਹਦੇ ਵਿੱਚ ਧਰਮ ਦੇ ਕਰਮ ਵੀ ਆਉਂਦੇ ਨੇ, ਸੰਸਾਰੀ ਕਰਮ ਵੀ ਆਉਂਦੇ ਨੇ, ਉਹਦੇ ਵਿੱਚ ਸਰੀਰ ਦੇ ਲਗਾਵ ਵੀ ਆਉਂਦਾ ਹੈ। ਤੇ ਇਹ ਹਉਮੈ ਨੇ ਆਪਣਤ ਪੈਦਾ ਕੀਤੀ। ਇੱਕ ਹੋ ਗਿਆ ਮੈਂ ਜਿਹੜੀ ਹਉਮੈ। ਤੇ ਰਾਤ ਵੀ ਮੈਂ ਬੈਠਿਆ ਅਰਜ਼ ਕਰ ਰਿਹਾ ਸਾਂ, ਸੱਚੀ ਗੱਲ ਹੈ ਮੈਂ ਕੱਲੀ ਮੇਰੇ ਵਾਸਤੇ ਮੈਂ ਵੇਂ, ਤੁਹਾਡੇ ਵਾਸਤੇ ਮੇਰੀ ਅਹਿਮੀਅਤ ਕੋਈ ਨਹੀਂ ਮੈਂ ਦੀ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਇੱਕ ਕਹਾਣੀ ਸੁਣਾ ਦੇਣਾ ਸਿਰਫ ਗੱਲ ਸਮਝਣ ਲਈ। ਮੇਰਾ ਮਕਸਦ ਸਿਰਫ ਸ਼ਬਦ ਦੀ ਸਮਝ ਪਾਉਣ ਲਈ ਆਪਣੇ ਮਨ ਨੂੰ, ਇਹ ਨਹੀਂ ਕਿ ਕਹਾਣੀ ਅਸੀਂ ਕੰਨ ਰਸ ਲਈ। ਤੇ ਇਹ ਗੱਲ ਗੁਰਮੁਖੋ ਪੱਕੀ ਬਣ ਕੇ ਚੱਲਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਤਮਿਕ ਉਧਾਰ ਦਾ ਖਜ਼ਾਨਾ ਹੈ। ਇਹ ਗੱਲਾਂ ਵਾਸਤੇ ਨਹੀਂ, ਇਹ ਕੇਵਲ ਕੰਨ ਰਸ ਪੈਦਾ ਕਰਨ ਵਾਸਤੇ ਨਹੀਂ। ਸਾਨੂੰ ਬਾਣੀ ਸਾਡਾ ਪਾਰ ਉਤਾਰਾ ਕਰਦੀ। ਇਹ ਤਾਂ ਬਾਣੀ ਸ਼ਬਦ ਜਹਾਜ਼ ਹੈ। ਇੱਕ ਸਾਧੂ ਦੇ ਕੋਲ ਚੇਲਾ ਜਾਂਦਾ ਹੈ। ਉਹ ਕਹਿੰਦਾ ਮਹਾਰਾਜ ਮੈਂ ਪਰਮਾਤਮਾ ਤੱਕ ਮਿਲਣਾ ਚਾਹੁੰਦਾ ਵਾਂ, ਕਿਵੇਂ ਮਿਲ ਸਕਣਾ ਵਾਂ? ਅੱਗੋਂ ਸਾਧੂ ਕਹਿੰਦਾ ਬੇਟਾ ਧਿਆਨ ਲਗਾਈ ਕਰੀ ਰੋਜ਼। ਇਹ ਕੰਮ ਔਖਾ ਵੀ ਬੜਾ ਹੈ ਤੇ ਕੰਮ ਸੌਖਾ ਵੀ ਬੜਾ ਹੈ। ਅੱਗੋਂ ਚੇਲਾ ਪੁੱਛਦਾ ਮਹਾਰਾਜ ਔਖਾ ਕਿਵੇਂ ਤੇ ਸੌਖਾ ਕਿਵੇਂ? ਕਹਿੰਦਾ ਬੇਟਾ ਜੇ ਧਿਆਨ ਲੱਗ ਜਾਏ ਏਦੂ ਸੌਖਾ ਕੰਮ ਹੀ ਕੋਈ ਨਹੀਂ, ਨਾ ਧਿਆਨ ਲੱਗੇ ਤੇ ਸੱਚੀ ਗੱਲ ਏਦੂ ਔਖਾ ਕੰਮ ਹੀ ਕੋਈ ਨਹੀਂ, ਬੜਾ ਔਖਾ ਹੈ। ਫਿਰ ਬੇਨਤੀ ਸੁਣੋ, ਕਮਾਈ ਕਰ ਲੱਗਿਆ ਬੜੀ ਕਰੜੀ ਹੈ, ਅਲੂਣੀ ਸੇਲੇ, ਜੇ ਕਿਤੇ ਗੱਲ ਬਣ ਜਾਏ ਇਹਦੇ ਵਰਗਾ ਸੁੱਖ ਕੋਈ ਨਹੀਂ। ਕਹਿੰਦੇ ਜੇ ਲੱਗ ਜਾਏ ਧਿਆਨ ਤਾਂ ਸੁੱਖ, ਨਾ ਲੱਗੇ ਤੇ ਬਹੁਤ ਔਖਾ। ਉਹਨੇ ਕਿਹਾ ਫਿਰ ਮੈਂ ਧਿਆਨ 'ਚ ਕਰਾਂ ਕੀ? ਕਹਿੰਦਾ ਆਪਣੇ ਅੰਦਰ ਨੂੰ ਖੋਜਣਾ ਸ਼ੁਰੂ ਕਰ। ਉਹ ਚੇਲਾ ਚਲਾ ਗਿਆ ਜੀ। ਉਹਨੇ ਕਈ ਦਿਨ ਅਭਿਆਸ ਕੀਤਾ ਆਪਣੇ ਆਪੇ ਦਾ। ਫਿਰ ਮੈਂ ਬੇਨਤੀ ਕਰਾਂਗਾ, ਮੰਨ ਲਓ ਅਸੀਂ ਅਜੇ ਕਿਤੇ ਮੰਤਰ ਸ਼ਬਦ ਨਹੀਂ ਜਪਦੇ, ਕੋਈ ਥੋੜ੍ਹਾ ਜਿਹਾ ਇਕਾਂਤ ਵਿੱਚ ਬੈਠ ਕੇ ਮੇਰੀ ਬੇਨਤੀ, ਅਸੀਂ ਕਦੀ ਅਨਮਤ ਖੱਬੇ ਸੱਜੇ ਨਹੀਂ ਭਟਕਣਾ।
कि फलाना ध्यान का कैंप लांदा मैं तो उहदे जांगा। चेते रखियो अपनी गुरु का मंत्र छड्ड के किसी दे मंत्र नूं ध्यान च वसाएगा बंदा, गुरु ग्रंथ साहिब कहते उस बंदे का जीवन तरकार हो जाएगा। गुरु अपने गुरु के मंत्र नूं छड्ड के लिख। हुण मान लो असी कुछ भी ना जपीए, सिर्फ अपने मन नूं देखना शुरू करिए, संगत च बैठी देखी कि ये मन कर की रिहा है। जदों अपने मन नूं देखना शुरू करांगे, भाई वीर सिंह नूं जदों कोई कहंदा सी कि भाई साहब मेरा मन नहीं लगता, कहंदे सन गुरु ग्रंथ साहिब नूं मत्था टेक, अज एक प्राप्ति हो गई। कहंदा प्राप्ति कादी, कोई मन नहीं लगता। कहन लगे घट्टो घट ये समझ तां पैगी कि मन का ना लगना की है। कई लोगों को तो पता ही नहीं मन का ना लगना की। फिर बेनती करा कि थोड़ा जिहा समा अपने अंदर नूं कोखी, इस तरह कोखीए जिमें मान लो एक बच्चा खेल रहा है, माँ अंदर काम कर रही है, बच्चा बाहर है, बच्ची या बच्चा जो भी न्याण है, पर वो ना दरवाजे की झीत विचों बारी दे विचों उस न्याणे खेडदे होए नूं अदृष्ट देखी जाती। न्याणे नूं पता नहीं वो खेड रहा है, पर वो देखी जाती। पर कि तुसीं देखियो ਉਹਦੇ देखण विच भी बच्चा जिहड़ा ਉਹਦੀ निगाह विच ही पल रहा है। मैं कहना घट्टो घट इस मन नूं उस ढंग नाल ही देखना शुरू कर दिओ जिवें एक माँ अपने बच्चे नूं ध्यान च वेखदी है। जे इहनूं ध्यान च देखना शुरू करांगे ये भी बुराइयां वाले पासों हट जाएगा। इहनूं सतगुरु ने बाणी च एक शब्द दिता है कि पहरेदार बन जा अपना आप, दिल दरवानी जो करे दरवेशी दिल रास। दिल दी दरवानी तो कर, दिल दा पहरेदार बन, दिल दरवानी जो करे दरवेशी दिल रात। इश्क मोहब्बत नानका लेखा करते पास, तू अपना पहरा आप देन लग पो। करिए कि ये मन भड़वा लोकां दे पहरे रोज दिंदा पिया, अपना पहरा कदी दिंदे नहीं। मैं कित्थे खलोता होया। महाराज कहते जेड़ा दिल दी दरवानी। फिर बेनती सुनियो, उन्हें कहा बेटा तू ध्यान च बैठ। वो बैठन लग पिया। कई महीनों तो बाद आया तो आउंदियां सारों ने अपने जो साधु संजा मुरशद सी उन्होंने नमस्कार की। उन्हें पूछा बेटा कुछ पाया? कहता पाया तो कुछ नहीं पर गवाया जरूर है। उन्हें कहा बेटा की गवाया? मैं पूछना तू कुछ पाया? कहता पाया कुछ नहीं गवाया। वो कहता गवाया की? कहता प्रणाम गवा दिता। प्रणाम कहता प्रणाम गवा दिता। की गवाया तू? कहता सच्ची गल है इस ध्यान विच मैं नूं गवाया है, होर कुछ नहीं, मैं नूं गवाया है। उन्हें कहा बेटा क्यों जिहड़ी मैं गल कर रहा सा? वो कहता मैं असल च जदों अपना ध्यान टिकाण लगा मेरे मन च सब तो पहला गल ये आई मना मैं दी दीवार तू ही खड़ी कीती है, कदी दूजे तेरे पुत्र ने तेरे लिए मैं शब्द वरते? फिर ध्यान नाल सुनियो, तेरी माँ ने शब्द मैं तेरे लिए वरते, बाकी सारे शब्द तेरे लिए तू तेरा वरदे पे ने। तेनू की बीमारी पैगी? तू मैं ही कूकदा रहना। कहता सच एवे मैं पाया कुछ नहीं, सिर्फ मैं नूं गवाया। अगों साधु ने पैरां च हत्थ ला के बेटा जिन्हें इनू गवाया उन्हें सब कुछ पाया। जिन्हें नूं आप गवाई है तां सौ पाई है, अवर कैसी चतुराई। फिर बेनती करांगा ये जिहड़ी खौमेक है, फिर सतगुरु कहते ने एक कर्म करके नहीं आई। मैं अज एक नवी गल विच ऐड कर लगा, एक कर्म विचों नहीं उपजी, एक हुक्म विचों उपजी। हुक्म चली पर कर्म करांदी खौमे, फिर कर्मां नाल निखेड़ा भी नहीं छड्डना। फिर बेनती है कि गुरु अंगद साहिब कहते ने एक काम कर, एक है लम्मा रोग, बड़ी लम्मी बीमारी। ये जिहड़ी असीं सवेरे विचार कर रहे सां, मैं थोड़ा जिहा उत्थे होर ध्यान दिवाना धन आप जी का। सतगुरु कहते ने खौमै दीर्घ रोग है, बड़ा लम्मा, काफ़ी समा लगेगा इनू। दारू पी इस माहे। सवेरे असी विचारिया सी कि इस दे विच दारू भी है, इलाज भी है। हो सकता है आप विचों कई होणगे जिन्हां नहीं सभा सुनिया। ये दारू की ये जिहड़ी है बीमारी, रोग विच दारू कित्थों लभ गया? ये तो आपां कहने आ बीमारी लगी होवे ते दवाई बाहरों लैनी पैंदी, पर गुरु अंगद साहिब कहते नहीं, इस बीमारी विच भी दवाई है। सुबह मैं इस गल ते जोर दिता सी, जहर कुड़तन नाल भरिया मौत है। सप किसी नूं डंग मारे बंदा मर जाता है,
पर कई बंदे ऐसे ने जिहड़े सप्पां दा जहर कढ़दे ने, दवाइयां च मिलांदे ने। सच एवे कि उस दवाई खाण दे नाल बंदे दी बीमारी चली जाती है तां जहर, पर उस जहर विच भी किते अंश पिया औषधि बनदा। संखिया में शब्द वरते सुबह, संखिया जहर है, कच्चा खाएगा बंदा मरेगा, पर सच एवे जो उस संखिए विच भी किते ना किते अंश पई है। सियाणा वैद उन्होंने कन्वर्ट करके दवाई बना दिंदा है, वही जहर जिहड़ा बंदे की जिंदगी बचा जाता है। ये जिहड़ी खौमे है एक रोग है, बीमारी है। जदों इस एनर्जी नूं आपां तब्दील कर देंगे शब्द की कृपा नाल, ते सच एवे गुरु के सिखो, यही खौमे वाली एनर्जी जिहड़ी है ये तू विच बदल जाएगी। ये अपनत जिहड़ी है मुहब्बत विच बदल जाएगी। ये मैं मेरा जिहड़ा है ये तू ते तेरे विच बदल जाएगा। पर सच है जिन्नी देर तक खौमे उन्नी देर तक रोना। जिदन खौमे दारू बन गई प्यारिओ, उदन घर विच खुशी आ जाती है। मैं इत्थे एक उदाहरण तुहानूं दे देना होर। कबीर साहिब जी का एक अमृत श्लोक है। आम बंदा किसी की भी डैथ होवे, भावें वो धर्मी है चाहे नहीं धर्मी, सानू मौत का पता लगे तो असीं जाके कहने हाँ चलो फलाने दे घर जब अफसोस कर आईए, उसकी मौत होगी, डैथ होगी। असीं जदों भी किसी मृतक दे घर जाएंगे अफसोस करांगे, पर गुरमुखो शरीरक तौर पर जदों कोई मरदा है उहदा मरना मातम नूं, सोग नूं, गमी नूं जन्म दिंदा है। ते जदों किसी दी खौमे मरदी प्यारिओ उहदे विचों खुशी ते आनंद का जन्म हुंदा है, कदी मातम नहीं हुंदा। तां ही सतगुरु ने बाणी विच कहा, कबीर जां दिन खौम हुआ मैं मर गया। फिर बेनती सुनियो, कहंदे ने उस मैं मरन तो बाद सोग है ही नहीं। कहंदे जदों शरीरक तौर पर कोई मरे, सज्जन मित्र इकट्ठे होके अफसोस करते हैं। जदों किसी दे अंदरों मैं मरदी है, जिन्ने उहदे प्रेमी कोल आके बैठते हैं वो आनंद भी चले जाते हैं। कबीर जा दिन खौम हुआ पाछै बया आनंद, मोहे मिलियो प्रभ अपना संगी भजै गोबिंद मैं मरी। सुबह भी क्या सी कि तू दा अभ्यास ही मैं दा अभाव करेगा। जिन्ना कोई परमात्मा नूं तू तू कह के पुकारेगा कोई चीज़ है। मान लो गुरु गोबिंद सिंह जी का एक बचन है रहतनामे का, वो कहते तू एक काम कर, तू हर चीज़ नूं मेरी मेरी पकड़ के बैठे। सच्ची गल है, मैं मेरा सब कुछ। पर सतगुरु कहते तू हर चीज़ नूं अंदर तो, बाहरों जबानी नहीं, अंदर तो तेरी कहने शुरू कर दे। उत्थे महाराज जी दे बोल ने जी रहतनामे दे, वो कहते धन कीरत सुख राज वडाई, तेरे कोल धन आवे, इनू भी परमात्मा नाल जोड़ के तू देख। सुबह भी असीं बैठे घर गल कर रहे सां, उत्थे देखो विचारां करदे एक फुरना आया। कदी नहीं सी मैं ख्याल कदी प्रगट किया। मैं बेनती की सुबह कि असल च बंदगी वाला हर पदार्थ की वरतों भी परमार्थ लई करदा है। जिस बंदे कोल बंदगी नहीं, चेते रखियो वो परमार्थ की वरतों भी पदार्थ लई करदा है। फिर शब्द मैं दोहरा देना, समझ नहीं पई। जदों कोई बंदा सिमरन करदा है, वो हर मिली कोई चीज़ नूं रब नूं समर्पित कर दिंदा है। वो कहंदा घर तेरा दिता है, इस घर च सत संगत होवेगी। इस तरह है ना जी, तू किरपा कर मेरे घर च आ बस, तू किरपा कर जो कुछ मैनू दिता है वो हर पदार्थ नूं गुरु दे परमार्थ नाल जोड़ के देखदा है। ते प्यारिओ दुनियादार बंदा परमार्थ की गल करदा, उहदे विचों भी पदार्थ मंगदा है। समझ गए ना जी, वो दुनिया की गल करदा, दीन नाल जुड़िया है। ते कई बंदे दीन विच जुड़े हुए दुनिया पे मंगते हैं। फिर बेनती करा कि देखो कि वो जिहड़ी चीज़ है तन आया, इस पदार्थ नूं परमार्थ नाल जोड़ दईए कि परमात्मा दा दिता है। मान लो घर बेटी का, उत्ते सतगुरु ने पुत्र ते बेटी दोनों वरते ने, कला पुत्र नहीं वरते। धन कीरत सुख राज वडाई, जुवती सुत विद्या बो भाई। धन मिले एक है वैगुरु तेरी दात है, लोग तेरी कीर्ति करन, तेरी सिफत करन, एदा भी मत्था टेक के कह दी ये भी तेरी दात है। अगला बचन किया तेनू सुख मिले संसार का, परमार्थ का शब्द कह दी ये आत्मक ते शरीरक सुख भी तेरी दिती दात है। तू मैनू बेटी दिती, ये बेटी भी तेरी दिती है। तू पुत्र दिता, ये पुत्र भी तेरा है। जो कुछ मैनू तू दिता
ये हर चीज़ तेरी है। सच एवे मैं मेरा तां दावा करा जे मैं होवां, नहीं मेरे वाहगुरू जी हर तेरी दित्ती कोई दात मैं तेनू समर्पित करना। देखो गुरु साहब दे बोल रहतनामे दे, धन कीरत सुख राज वडाई, अर्थ मैं कर देना दौलत, अपनी सिबत सलाह कीर्ति, सुख राज ते वडियाइयां। धन कीरत सुख राज वडाई, जुवती सुत विद्या बहु भाई, ये सब दात गुरु की जाने, तांते न अभिमाने ठाने। भाई बन्नों साहब बैठे ने, एक घटना है मांगट दी। भाई बन्नों साहब बैठे ने, घ्यो की दुकान है, उन्होंने बिजनेस बड़ा वड्डा, कड़ाइयां तपियां ने, विच मक्खन जिहड़ा वो पगला के घ्यो बनाया जा रहा, किते सवाणियां दुध रिड़ के मक्खन कढ़ रही हैं। गुरमुख प्यारा एक आउंदा गुरु अर्जुन देव जी का भेजिया सिख, कि सिख पदार्थ विच रह के परमार्थ तक किवें हो सकता है। वो देखदा कि भाई साहब गद्दी ते बैठे ने दुकान ते, ते वो अपने वल्लों घ्यो वेच रहे ने, पर बहस हो रही है एक पली ते। पहला पलियां होंदियां सन ना जी, बहस हो रही है एक पली ते। जिन्हों वेचिया उन्होंने कहते ने मैं एक पैसा छड्डना नहीं, ते चेते रख मैं घट तोलना भी नहीं। किन्ना समा बहस मुबैसा हुंदा रहा। देखने वाले मन च आया भी महाराज ने तो भलिया भी गृहस्थ विच उदास, माया विच मया वाला, धंधे विच धर्म कमाण वाला, किरत विच कीर्ति करने वाला, ये बंदा तो एक पली घ्यो की खातर बहस जाए। कहते ने उन्हों का आपस में जदों ये बहस मुबैसा मुक्या तो भाई साहब अगे हो गए, तो वह पुछते ने भाई बन्नो जी, कहते तुसीं घ्यो लैना? कहते ने मैं घ्यो लैन नहीं आया। फिर वो अगों पुछते हैं कि महाराज कि तुसीं किवें आए? कहन लगे मैनूं धन गुरु अर्जुन देव सच्चे पातशाह ने भेजा, मैं तो तुहाडे दर्शन करना आया। भाई साहब गद्दी तो थले उतर गए, उस सिख के चरणों नूं नमस्कार की, मस्तक ते धूड़ लाई। कहते चलो घर चलीए। घर लै गए। जांदियां पुछदे ने प्रशादा छकोगे, जल पानी की छकना? कहते मैं छकांगा बाद विच, पहला मैं इशनान करना। कहन लगे इशनान गर्म पानी नाल करोगे ठंडे नाल? खूह का पानी लै आइए। वो कहते पानी नाल ते रोज़ ही इशनान करीदा है, अज घ्यो का काम करने वाले दे घर है, आपां तां घ्यो नाल इशनान करांगे, निग्घा कर दिओ कोसा। भाई बन्नो साहब कहते घ्यो नाल इशनान करा देंगे। कहते ज़्यादा गर्म के कोसा जा? कहते भी थोड़ा जा कोसा जा। भाई बन्नो साहब कहते मैं मालिश भी कर देना हुना। उन्हें जी घ्यो कड़ाही च कोसा करा दिता, तो वह गुरसिख आया जिस फट्टी ते इशनान करना सी, उस फट्टी दे उपर उन्हें घ्यो का भरिया होया भांडा जिहड़ा वो मार के फट्टी धो दी। जदों दूजा भांडा डोलन लगा घ्यो का, वो सिख ने फड़ लिया, कहता नहीं नहीं मैं घ्यो च इशनान नहीं करना, तुसीं क्यों ये डोड़ क्यों दिता? कहता मेरे गुरु का सिख आवे तो फट्टी घ्यो नाल ना धोती जाए। उन्हें कहा मैंने एक गल की समझ नहीं पई, उत्थे तुसीं किरत कर रहे सी जिथे एक घ्यो की पली की खातर, कुछ पैसे की खातर इन्नी बहस, तो इत्थे कड़ाइयां तपा के डोलन नूं तैयार हो गए। कहन लगे जिथे मेरा धंधा है उत्थे मैं अपना कार विहार करांगा, जिथे मेरा परमार्थ आ जाएगा उत्थे मैं सारे पदार्थ ही कुर्बान कर देवांगा। इत्थे मेरा परमार्थ है, इत्थे मेरा धर्म है, मैं अपने धर्म नूं मुख रखांगा। मैं फिर बेनती करांगा प्यारिओ, सच एवे कि जदों इंसान परमार्थ के रस्ते च चलदा है, पदार्थ उन्होंने कमी नहीं रहिंदी, पर पदार्थ नूं परमार्थ दे समर्पित कर दे तो उहदा पार उतारा हो जाएगा। पर जे परमार्थ कमांदियां भी, हुण कई घटना ऐसियां ने जी, कमा रहा भाई गोपाला परमार्थ, गुरु हरगोबिंद साहब थां दे रहे ने ते मंगदा पिया पदार्थ। वो कहानी फिर रोकी विच। फिर बेनती करा कि असल च कौमे सतगुरु कहते सिख नूं पदार्थ मिले, ये गुरु नूं समर्पित करदा है। धन कीरत सुख राज वडाई, जुवती सुत विद्या बहु भाई, ये सब दात गुरु की जाने, तांते न अभिमाने ठाने। अगली बेनती, कौमै दीर्घ रोग है, बड़ा लम्मा चलेगा, पर दारू पी समाहे, दारू है। अगली तुक मैं असल च कह नहीं चाहना भैन जी, सवेरे क्या मेरे मन च रुक सकने असीं उत्थे, किरपा करे जे अपनी तां गुर का शब्द कमाहे। एक तां इस माहे वो साधन है,
ਉਹ ਸੁਬਾਹ ਅਰਜ਼ ਕੀਤੀ ਸੀ ਆਤਮ ਸਮਰਪਣ, ਨਿਮਰਤਾ, ਇਹ ਜਿਹੜੇ ਸ਼ਬਦ ਅਸੀਂ ਲਏ ਸਨ, ਆਗਿਆ ਨੂੰ ਮੰਨਣਾ, ਇਹ ਸਾਰੇ ਸ਼ਬਦ ਸ਼ਰਨਾਗਤ। ਪਰ ਬੇਨਤੀ ਹੈ, ਜਿੰਨੀ ਦੇਰ ਤੱਕ ਉਹਦੀ ਕਿਰਪਾ ਨਹੀਂ ਉਨੀ ਦੇਰ ਤੱਕ ਕਮਾਈ ਨਹੀਂ। ਪਰ ਕਿਰਪਾ ਦੇ ਅਰਥ ਆਲਸ 'ਚ ਨਹੀਂ ਲਿਜਾਣੇ, ਕਿਉਂਕਿ ਅਸੀਂ ਕਾਫੀ ਕਿਰਪਾ ਦੇ ਅਰਥ ਆਲਸ ਲਿਜਾਣੇ, ਸਿਮਰਨ ਨਹੀਂ ਕਰਦੇ। ਜਦੋਂ ਕਿਰਪਾ ਹੋਵੇਗੀ ਕਰ ਲਾਂਗੇ, ਅੰਮ੍ਰਿਤ ਨਹੀਂ ਛਕਦੇ ਅਜੇ ਕਿਰਪਾ ਨਹੀਂ ਹੋਈ। ਮੈਂ ਬੇਨਤੀ ਕਰਾਂਗਾ, ਸਾਧਨਾ ਕਰਨ ਵਾਲਾ ਵੀ ਕਿਰਪਾ ਦੀ ਜਾਚਨਾ ਕਰਦਾ। ਨਦਰ ਵਿੱਚ ਬੜੀ ਵੱਡੀ ਤਾਕਤ ਹੈ। ਦੋ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਬੜੀਆਂ ਸਪਸ਼ਟ ਨੇ, ਇੱਕ ਕਰਮਵਾਦ ਹੈ, ਦੂਸਰਾ ਕਿਰਪਾਵਾਦ। ਮੈਂ ਲਫ਼ਜ਼ ਵਰਤਣਾ। ਕਰਮਵਾਦ ਕਹਿੰਦਾ ਹੈ ਵੀ ਜੋ ਕੰਮ ਕੀਤੇ ਨੇ ਸਜ਼ਾ ਭੁਗਤਣੀ ਪੈਣੀ ਹੈ। ਕਿਰਪਾ ਆਵਾਜ਼ ਦੇ ਕੇ ਕਰਮ ਤੋਂ ਉੱਪਰ ਹੋ ਜਾਂਦੀ ਹੈ। ਉਹ ਕਹਿੰਦੀ ਨਹੀਂ, ਜਦੋਂ ਕਿਰਪਾ ਵਰਤ ਜਾਏ ਉਦੋਂ ਕਰਮ ਵੀ ਕੱਟੇ ਜਾਂਦੇ। ਫਿਰ ਬੇਨਤੀ ਸੁਣਿਓ, ਇੱਕ ਹੈ ਕਰਮ ਫਿਲਾਸਫੀ, ਇੱਕ ਹੈ ਕਿਰਪਾ। ਜਿਹੜੇ ਕਰਮ ਨੇ ਇੱਕ ਇੱਕ ਕਰਮ ਦਾ ਲੇਖਾ ਹੈ, ਪਰ ਜਦੋਂ ਉਹਦੀ ਕਿਰਪਾ ਵਰਤਣ ਲੱਗ ਜਾਏ ਪਿਆਰਿਓ, ਉਦੋਂ ਕਰਮ ਵੀ ਖੰਡਨ ਹੋ ਜਾਂਦੇ ਨੇ। ਤੇ ਕਿਰਪਾ ਕਦੀ ਗੁਣ ਨਹੀਂ ਜੇ ਵਹਿੰਦੀ, ਕਿਰਪਾ ਕਦੀ ਬੰਦੇ ਦੀ ਨਿਮਰਤਾ ਨਹੀਂ ਵਹਿੰਦੀ। ਜਦੋਂ ਕਿਰਪਾ ਕਰਨ ਤੇ ਆਵੇ, ਅੱਤ ਦੇ ਹੰਕਾਰੀ ਨੂੰ ਵੀ ਧੋ ਕੇ ਰੱਖ ਦਿੰਦਾ। ਕਿਰਪਾ ਨਾਲ ਹੀ ਸ਼ਬਦ ਕਮਾਇਆ ਜਾਣ। ਆਓ ਥੋੜ੍ਹੀਆਂ ਜਿਹੀਆਂ ਬੇਨਤੀਆਂ ਮੈਂ ਕਰਾਂਗਾ। ਗੁਰੂ ਗ੍ਰੰਥ ਸਾਹਿਬ ਵਿੱਚ ਜਪ ਸਾਹਿਬ ਪਹਿਲੀ ਬਾਣੀ ਹੈ ਜਪਜੀ ਸਾਹਿਬ। ਨਦਰੀ ਦੀ ਨਦਰ ਹੋਵੇ ਤਾਂ ਪਾਰ ਉਤਾਰਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਚੀਜ਼ ਨੂੰ ਕਿਰਪਾ ਨਾਲ ਜੋੜ ਕੇ ਦੇਖੋ। ਕਿਰਪਾ ਕਰੇ ਜੇ ਆਪਣੀ ਹਉਮੈ ਵੀ ਸ਼ਬਦ ਕਮਾਉਂਦੇ ਹਾਂ, ਤੇ ਕਿਰਪਾ ਤੋਂ ਬਿਨਾਂ ਸ਼ਬਦ ਨਹੀਂ ਕਮਾਇਆ ਜਾਣਾ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ। ਮੈਂ ਇੱਕ ਉਦਾਹਰਨ ਉਹ ਜੇ ਤੋਂ ਦੇ ਦੇਣਾ। ਦੇਖੋ, ਅਸੀਂ ਗੁਰਦੁਆਰੇ ਆਉਂਦੇ ਹਾਂ ਜੀਵਨ ਘੜਨ ਲਈ। ਫਿਰ ਮੇਰੀ ਬੇਨਤੀ, ਅਸਲੀ ਗੁਰਦੁਆਰਾ ਹੈ ਬੰਦਾ ਗੁਰੂ ਦਰ ਚੋਂ ਲੰਘ ਕੇ 100 ਦਰ ਤੱਕ ਪਹੁੰਚੇ। ਗੁਰਦੁਆਰਾ ਮੈਲ ਧੋਣ ਵਾਲੀ ਇੱਕ ਥਾਂ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਇਹ ਮੈਲ ਧੋਣ ਵਾਲੀ ਇੱਕ ਥਾਂ ਹੈ, ਅੰਦਰ ਦੀ ਮੈਲ। ਸਤਿਗੁਰੂ ਨੇ ਕਿਹਾ, ਜਿਸ ਬੰਦੇ ਨੇ ਆਪਣੇ ਜੀਵਨ ਨੂੰ ਘੜਨਾ ਹੈ, ਸੱਚਮੁੱਚ ਆਪਣੀ ਜ਼ਿੰਦਗੀ 'ਚ ਉਹਨੇ ਕਾਮਯਾਬ ਹੋਣਾ, ਉਹਦੇ ਜੀਵਨ ਵਿੱਚ 7 ਗੁਣ ਹੋਣੇ ਅਤ ਲਾਜ਼ਮੀ ਨੇ। ਉਸ ਤੋਂ ਬਿਨਾਂ ਨਾ ਖਾਲਸਾ ਬਣ ਸਕਦਾ, ਨਾ ਹਉਮੈ ਤੋਂ ਛੁੱਟ ਸਕਦਾ, ਨਾ ਸਚਿਆਰ ਬਣ ਸਕਦਾ, ਖਿਮਾ ਕਰਿਓ, ਨਾ ਸਿੱਖ ਬਣ ਸਕਦਾ। ਉਹ 7 ਗੁਣਾਂ ਦੀ ਗੱਲ ਕਰਦੇ ਹਾਂ। ਸਤਿਗੁਰਾਂ ਨੇ ਉਦਾਹਰਨ ਭਾਵੇਂ ਇੱਕ ਸੋਨਾ ਘੜਨ ਦੀ ਦਿੱਤੀ, ਤੁਸੀਂ ਬੇਨਤੀ ਮੇਰੀ ਸਮਝ ਗੋ 38ਵੀਂ ਪੌੜੀ। ਉਹਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ, ਉਦਾਹਰਨ ਸੋਨੇ ਦੀ ਦਿੰਦਿਆਂ ਉਹਦੇ ਵਿੱਚ ਸੁਨਾਰ ਦੀ ਦੁਕਾਨ, ਸੁਨਾਰ ਦੀ ਭੱਠੀ, ਸੁਨਾਰ ਦੀ ਧੋਕਣੀ, ਸੁਨਾਰ ਦੀ ਐਰਨ ਜਿਹਦੇ ਤੇ ਸੋਨਾ ਕੁੱਟਦਾ, ਸੁਨਾਰ ਦੀ ਆਪਣੀ ਹਥੌੜਾ, ਸੁਨਾਰ ਦੀ ਬਾਲੀ ਕੋਈ ਅੱਗ, ਸੁਨਾਰ ਦੀ ਕੁਠਾਲੀ। ਇਹ ਚੀਜ਼ਾਂ ਨੇ ਨਾ ਪ੍ਰਮਾਣ ਜਿਹੜੇ ਨੇ, ਉਹਦੇ ਸੰਦ ਜਿਹੜੇ ਨੇ। ਸਤਿਗੁਰੂ ਕਹਿੰਦੇ ਨੇ, ਜੇ ਦੁਕਾਨ ਹੋਵੇ, ਜੇ ਕੁਠਾਲੀ ਹੋਵੇ, ਜੇ ਸੋਨਾ ਹੋਵੇ, ਅੱਗ ਬਲਦੀ ਹੋਵੇ, ਧੋਖਣੀ ਹੋਵੇ, ਪਿਆਰਿਓ ਇਹ ਸਾਰੀਆਂ ਚੀਜ਼ਾਂ ਹੋਣ ਤੇ ਸੋਨੇ ਦੀ ਮੈਲ ਵੀ ਖਤਮ ਹੋ ਜਾਂਦੀ ਹੈ, ਸੋਨਾ ਘੜਿਆ ਵੀ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਜਿਹੜੀਆਂ 4-7 ਚੀਜ਼ਾਂ ਉਹ ਆਪਣੀ ਦੁਕਾਨ 'ਚ ਵਰਤਦਾ ਹੈ, ਉਹ ਤੂੰ ਆਤਮਿਕ ਜੀਵਨ 'ਚ 7 ਅਰਥ ਸਮਝਦਾ, ਤੇ ਤੇਰਾ ਜੀਵਨ, ਤੇਰਾ ਸ਼ਬਦ ਵੀ ਘੜਿਆ ਜਾਏਗਾ। ਉਹ ਪਵਿੱਤਰ ਬਚਨ ਤੁਸੀਂ ਪੜ੍ਹਦੇ ਹੋ, ਜਤ ਪਹਾਰਾ ਧੀਰੇ ਸੁਨਿਆਰ। ਮੈਂ ਬੇਨਤੀ ਕਰਨੀ, ਕਿਰਪਾ ਕਰੇ ਜੇ ਆਪਣੀ, ਕਿਰਪਾ ਤੋਂ ਬਿਨਾ ਕੁਛ ਨਹੀਂ। ਬੇਨਤੀ ਹੈ ਬਸ ਆਹ ਸਭ ਤੋਂ ਵੱਡੀ ਗੱਲ ਕਿ ਨਦਰ ਤੇ ਕਿਰਪਾ ਮੰਗੋ। ਸੁਬਾਹ ਵੀ ਮੈਂ ਕਿਹਾ ਸੀ, ਇਹ ਉੱਠਿਆ ਸੀ ਮਨ 'ਚ ਵੀ ਕਿਰਪਾ ਕਿਵੇਂ ਮੰਗੀਏ, ਕਿਵੇਂ ਕਿਰਪਾ ਮੰਗੀਏ। ਤੇ ਮੈਂ ਕਿਹਾ ਸੀ, ਪ੍ਰਸੰਨਤਾ ਮੰਗਣ ਦਾ ਪਹਿਲਾ ਤਰੀਕਾ ਹੈ ਹੁਕਮ ਮੰਨੋ। ਜਿਹੜਾ ਹੁਕਮ ਮੰਨੇਗਾ ਉਹ ਕਿਰਪਾ ਲਏਗਾ। ਮੈਂ ਸਵੇਰ ਵਾਲੀ ਗੱਲ ਦੁਹਰਾਉਣ ਲੱਗਾ, ਜੇ ਇੱਕ ਬੱਚਾ ਆਪਣੇ ਮਾਂ-ਬਾਪ ਦੇ ਹਰ ਹੁਕਮ ਨੂੰ ਮੰਨਦਾ ਹੈ, ਉਹ ਮਾਂ-ਬਾਪ ਦੀ ਰੱਜ ਕੇ ਪ੍ਰਸੰਨਤਾ ਲੈ ਜਾਂਦਾ। ਜੇ ਇੱਕ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਉਹ ਮਾਲਕ ਦੀ ਖੁਸ਼ੀ ਲੈ ਜਾਂਦਾ ਹੈ। ਜੇ ਇੱਕ ਪਤਨੀ ਆਪਣੇ ਪਤੀ ਦੇ ਹੁਕਮ ਨੂੰ ਸੱਤ ਕਰਕੇ ਮੰਨਦੀ ਏ, ਉਹ ਪਤੀ ਦੀ ਖੁਸ਼ੀ ਲੈ ਜਾਂਦੀ ਏ। ਜਿਹੜਾ ਬੰਦਾ ਰੱਬ ਤੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਹੁਕਮ ਮੰਨਣ ਵਾਲਾ ਹੀ ਕਿਰਪਾ ਲੈ ਜਾਂਦਾ। ਸਭ ਤੋਂ ਪਹਿਲਾਂ ਹੁਕਮ ਮੰਨੀਏ, ਜੋ ਤੂੰ ਕੀਤਾ ਠੀਕ। ਦੇਖੋ ਤੇ ਸ਼ਬਦ ਕਹੇ ਜਤ ਪਹਾਰਾ। ਪਹਿਲੀ ਗੱਲ, ਤੇਰਾ ਕਰੈਕਟਰ ਉੱਚਾ ਹੋਵੇ, ਤੇਰਾ ਜਤ। ਜਤ ਦਾ ਅਰਥ ਬਹੁਤ ਗਹਿਰਾ। ਅੱਗੇ ਮੈਂ ਅਰਜ਼ ਕਰਨੀ ਸੰਤੋਖ ਵਾਲੇ ਸ਼ਬਦ 'ਚ।
मेरे मन च ऐसी संतोख दे अर्थ कला धन करांदे ते परमार्थ नहीं सिद्ध होना। हजूर ने कहा पहली गल तेरा आचरण, तेरा करैक्टर, इनू सियाने लोग कहते इंद्रियां ते संयम पा लेना। जिस बंदे दियां इंद्रियां ते संयम नहीं, गुरमुखो सचियार नहीं हो सकता। पर इंद्रियां दा संयम भी मन उत्ते भी। मैनू याद है कृष्ण जी ने अर्जुन का सवाल का उत्तर दित्तियां क्या सी, उन्हें पूछया सी भगवान असी संसार च विचरने, गृहस्थी बंदा विचरदा है, जदों बाजार जाएगा ओदियां इंद्रियां बाहर मुखी होण तो बिना काम किवें चलेगा। तुसीं बैठे हो दुकान ते जिन्ने चेहरे बाहरों लंघदे ने उन्हां नूं देखण तो बिना काम चल सकेगा। एक गृहस्थी बंदा जिहड़ा कार विहार करदा ओदियां इंद्रियां बाहर मुखी होणगियां। बड़ी सोहनी गल की कृष्ण जी ने, कहण लगे अर्जुन कच्छू कुम्मी देखी? कच्छू कुम्मा देखिया? कहण लगे हाँ। कहंदे ने उहदे चारे पैर बाहर निकलदे ने, सिरी बाहर निकलदी सिर उहदा। जदों उहनूं लोड़ पैंदी ओह पैर भी बाहर कढदा, सिर भी बाहर कढदा है। जदों खतरा भासदा उन्हां सारियां नूं अपने अंदर संकोच लैंदा। सिख जदों शब्द की कमाई करदा है, ये सारियां गल्लां दिमाग चों नहीं उपजनियां। जदों शब्द नूं कमांदा है, सच ਇਹ ਵੇ ਇਹ घर बारी बन के गृहस्थी बन के वरतदा बाहर मुखी। जदों पता लगता है कि बाहर मेरे वास्ते वासना का तूफान आ रहा है, इक्को दम गुरु का शब्द लैंदा है, अखां बाहर खुलियां रहिंदियां ने, बिरती अंतर्मुखी कर जांदा। मीन की चपल स्यों जुगत मन राखी है, पुट्ठी तारी। ये मारू राग जी शब्द, मीन की चपल स्यों जुगत मन राखी। डॉक्टर शेर सिंह कश्मीर, भाई शेर सिंह कश्मीर वाले दे अर्थ किए मीन की चपल की है। आम टीकाकारां ने अर्थ किए सन जी, मीन की चपल का अर्थ है जिवें मच्छी पानी नूं प्यार करदी। उन्होंने क्या नहीं, मैनू अर्थ बड़े चंगे लगे। आत्मदर्शन एक पुस्तक है उन्होंने, उहदे विच ओह कहंदे मीन की चपल स्यों जुगत मन राखी है, उड़ै न हंस न कंध छीजै। वो कहंदे मीन की चपल की है? वो कहंदे ने आ जे बस एक कहानी समझण वाली। वो कश्मीर च तुहानूं पता है पानी दे झरने बड़े ने, चश्मे बड़े ने। कहंदे पानी दा चश्मे दा प्रवाह बड़ी तेजी नाल चलदा पे, ते निक्कियां निक्कियां मच्छियां जिहड़ियां ने ना, ये तुसीं कदी ध्यान नाल देखिओ, आपां सारियां देखे, वो पानी दे प्रवाह दौड़दियां, पानी दे प्रवाह च अगे जा रहीआं। पर पानी की इन्नी शक्ति ने कि मच्छियां नूं रोड़ के ले जाए। निक्कियां निक्कियां मच्छियां इक्को दम पुट्ठी बाजी मारदियां ने, जिस पासे पानी आउंदा उस पासे नूं तरन लग पैंदियां। तुसीं देखिआ होना, इक्को दम मच्छी ना, निक्का निक्का पूंग भी वो पानी विच चलदी बैक, जिधरों सोमे चों पानी आ रहा है उधर चली जाती है। कहते हैं मैनूं समझ ही उदन पई कि सिखा तू मीन की चपल स्यों जुगत मन राखी है, ये संसारिक प्रवाह है, तू प्रवाह दे विच रुड़ ना जाई। तू एक काम करी, तू पुट्ठी तारी मच्छी की तरह मारी, जिवें वो सोमे वाल चली जाती है, तू संसार विच विचरदा होया गुरु वाले पासे चला जाए। है प्रवाह ही, मच्छी प्रवाह जाती है, पर बैक वेखो तुसीं ध्यान नाल, जदों किते जाओगे जिथों पानी निकलदा है, निक्कियां निक्कियां मच्छियां पानी नूं चीर के पिछां चलियां जांदियां, वो पुट्ठी तारी तरदियां। खैर मैं बेनती करांगा, सब तो पहली गल संयम। उस तो बाद सतगुरु ने कहा कि जत पहारा धीरज, पहला संयम, दूसरा धीरज, तीसरी अडोलता। अडोल मत, ऐरन मत। अडोल मत का अर्थ एक थां ते पै होना नहीं। बेनती है, अज भी असीं रस्ते च गल्लां करदे आ रहे सां कि मैच आ रहा ना, कईयां नूं बड़ा विचारे वंचित बंदा हुंदा है। गुरु साहब कहंदे नहीं, ऐरन मत का अर्थ ये नहीं कि एक थां पई हुई ऐरन, नहीं नहीं, एक थां पई रही, पर नहीं, ऐरन मत का अर्थ है सट्टां खाण वाली ऐरन, जिन्हों सट वजदी फिर भी मालक का दर नहीं छड्डदी। अपनी मत अडोल इन्नी बना, तेनों सुख की दात मिले तां भी अडोल रही। अरदास करी जे तेरे कोल दुख आवे ते तां भी अडोल रही। अडोल मत। तीसरी वेद हथियार, ज्ञान का हथौड़ा। जत पहारा धीरज सुनियार, ऐरन मत वेद हथियार, भौ खला डर। ओदा जिहड़ा पैख है, अगम तप ताओ छेवां, तपस्या दा सेवा दी अग। 6 हो गए ना जी, जत, धीरज, अडोलता, ज्ञान, ते अगे मैं बेनती की भौ खला धोकनी सच। वो जिहड़ी भै,
ਤਪ ਤਾਓ ਅਗਮ ਤਪ ਤਾਓ ਤਪੱਸਿਆ 6 ਹੋ ਗਏ। ਹੁਣ 7ਵਾਂ ਕਹੇ ਭਾਂਡਾ ਪਾਓ ਪ੍ਰੇਮ ਦਾ ਭਾਂਡਾ। ਹੁਣ ਇਸ ਭਾਂਡੇ 'ਚ ਖਾਲੀ ਤੇ ਰਹਿਣੇ ਨਹੀਂ ਨੇ। ਮਹਾਰਾਜ ਕਹਿੰਦੇ ਨੇ ਇਸ ਦੇ ਵਿੱਚ ਅੰਮ੍ਰਿਤ ਢਲੇਗਾ, ਇਸ 'ਚ ਜ਼ਿੰਦਗੀ ਪੈਦਾ ਹੋਵੇਗੀ। ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਅਗਲਾ ਬਚਨ ਘੜੀਆ ਸ਼ਬਦ, ਕਿਰਪਾ ਕਰੇ ਤੇ ਘੜਿਆ ਜਾਏਗਾ, ਹਉਮੈ ਚਲੀ ਜਾਏਗੀ। ਘੜੀਆਂ ਸ਼ਬਦ, ਸ਼ਬਦ ਦਾ ਅਰਥ ਤੇ ਜੀਵਨ, ਸ਼ਬਦ ਦਾ ਅਰਥ ਸਿੱਖ ਦੀ ਜ਼ਿੰਦਗੀ। ਘੜੀਆਂ ਸ਼ਬਦ ਸੱਚੀ ਟਕਸਾਲ। ਤੇ ਮਹਾਰਾਜ ਇਹ ਅਸੀਂ ਆਪਣੇ ਉਦਮ ਨਾਲ, ਆਪਣੇ ਕਰਮਾਂ ਨਾਲ ਘੜ ਸਕਨੇ ਆ। ਸਤਿਗੁਰੂ ਕਹਿੰਦੇ ਨਹੀਂ, ਇਹ ਸੱਤੇ ਤਾਂ ਤੇਰੇ ਕੋਲ ਆਉਣਗੇ ਜੇ ਤੇਰੇ ਉੱਤੇ ਉਹਦੀ ਨਜ਼ਰ ਹੋ ਜਾਏਗੀ। ਕਿਰਪਾ ਤੋਂ ਬਿਨਾਂ ਤੇ ਕੰਮ ਹੋ ਹੀ ਨਹੀਂ ਸਕਦਾ। ਘੜੀਆਂ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਲ। ਕਈਆਂ ਨੇ ਸ਼ਬਦ ਦੇ ਅਰਥ ਕੀਤੇ ਨੇ, ਉੱਤੇ ਸ਼ਬਦ ਘੜੀਂਦਾ ਹੈ, ਪਰ ਮੈਂ ਕਹਿੰਦਾ ਨਹੀਂ, ਸ਼ਬਦ ਨੇ ਤਾਂ ਸਾਨੂੰ ਘੜਨਾ ਹੈ। ਸ਼ਬਦ ਦਾ ਅਰਥ ਉੱਤੇ ਜੀਵਨ ਕਰਾਂਗੇ ਤੇ ਬਹੁਤ ਸੌਖੇ ਲੱਗਣਗੇ। ਦੇਖੋ ਉੱਥੇ ਕੀ, ਜਪਜੀ ਸਾਹਿਬ ਦੀ ਸੰਪੰਨਤਾ ਕਿਰਪਾ ਤੇ ਹੈ। ਜਿਨ ਕੋ ਨਦਰ ਕਰਮ, ਜਿਹਦੇ ਉੱਤੇ ਨਦਰ ਕਮ ਸ਼ਬਦ ਨਜ਼ਰ ਤੇ ਕਰਮ, ਕਰਮ ਦਾ ਅਰਥ ਬਖਸ਼ਿਸ਼। ਜਿਹਦੇ ਉੱਪਰ ਤੇਰੀ ਨਜ਼ਰੇ ਕਰਮ ਹੋ ਗਈ, ਉਹ ਹੀ ਇਹ ਕਮਾਲ ਕਰ ਸਕਦਾ ਹੈ, ਬਾਕੀ ਕਿਸੇ ਤੋਂ ਕੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਲ। ਇੱਕ ਬਚਨ ਹੋਰ ਅਸੀਂ ਲੈ ਲਈਏ। ਦੇਖੋ ਨਦਰ ਤਾਂ ਉਹਦੀ ਵਰਤਦੀ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਕਨੇਰੀ। ਨਦਰ ਤਾਂ ਸਭ ਦੇ ਉੱਤੇ ਵੇ ਨਾ। ਕਿਸੇ ਅੰਦਰ ਇੰਨੀ ਬਖਸ਼ਿਸ਼ ਕਰ ਦਿੱਤੀ, ਕੋਈ ਵਿਚਾਰਾ ਵਿਰਵਾ ਰਹਿ ਗਿਆ। ਸੱਚੀ ਗੱਲ, ਜਦੋਂ ਅੱਗੇ ਆਸਾ ਕੀ ਵਾਰ ਵਿੱਚ ਆਉਣਾ, ਉਹਦੀ ਨਦਰ ਸਵੱਲੀ ਹੋਵੇ ਤੇ ਖੌਮੇ ਨੂੰ ਮਾਰ ਕੇ ਬ੍ਰਹਮ ਗਿਆਨ ਦੀ ਦਾਤ ਦੇ ਦਿੰਦਾ, ਭੇਦ ਦਾ ਦੇ ਦਿੰਦਾ। ਜੇ ਨਦਰ ਉਹਦੀ ਸਵੱਲੀ ਨਾ ਹੋਵੇ, ਪੁੱਠੀ ਹੋ ਜਾਏ, ਤੇ ਰਾਜ ਗੱਦੀ ਤੇ ਬੈਠਣ ਵਾਲਿਆਂ ਦਾ ਅੰਤ ਭਿਖਾਰੀਆਂ ਦੀ ਤਰ੍ਹਾਂ ਬਣਾ ਦਿੰਦਾ ਹੈ। ਨਦਰ ਉਪੱਠੀ ਜੇ ਕਰੇ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ, ਭਿੱਖ ਨਾ ਪਾਏਂਦਾ। ਅਸੀਂ ਪਾਠ ਕਰਨੇ ਆ, ਕਿਰਪਾ ਤੋਂ ਬਿਨਾਂ ਨਹੀਂ ਜੇ ਅੰਦਰ ਵਸਣਾ ਕੁਝ ਵੀ। ਫਿਰ ਇਹਨੂੰ ਮੈਂ ਥੋੜ੍ਹਾ ਕਿਵੇਂ ਐਕਸਪਲੇਨ ਕਰਾਂ, ਕਿਉਂਕਿ ਮਨ 'ਚ ਆਵੇਗਾ ਵੀ ਇਹ ਕਿਰਪਾ ਲਫ਼ਜ਼। ਮੈਂ ਇੱਕ ਗੱਲ ਮੈਂ ਇੱਥੋਂ ਦੱਸ ਦੇਣਾ, ਇੱਕ ਵਾਰ ਸ਼ਾਇਦ ਅਰਜ਼ ਕੀਤੀ ਸੀ ਕਥਾ 'ਚ, ਕਰਮ ਤੇ ਕਿਰਪਾ। ਆਲਸ ਨਾ ਕਰੀਏ, ਉਦਮ ਕਰੀਏ ਨਾ। ਉਦਮ ਤੋਂ ਬਿਨਾਂ ਹੁਕਮ ਕਿਵੇਂ ਮੰਨ ਸਕਾਂਗੇ? ਥੋੜ੍ਹਾ ਜਿਹਾ ਉਪਰਾਲਾ ਤੇ ਕਰਨਾ ਪਏਗਾ। ਮੈਂ ਗੰਗਾ ਨਗਰ ਅਰਜ਼ ਕੀਤੀ ਸੀ, ਇੱਕ ਨਿੱਕਾ ਜਿਹਾ ਬੱਚਾ ਰਿੜਦਾ ਹੈ, ਮੰਨ ਲਓ ਉਹਨੂੰ ਅਜੇ ਤੁਰਨਾ ਨਹੀਂ ਆਉਂਦਾ, ਉਹ ਫਸ ਗਿਆ ਹੈ, ਤੇ ਉਹ ਵਿਚਾਰਾ ਦੋਵੇਂ ਬਾਹਾਂ ਖੜੀਆਂ ਕਰਦਾ ਪਿਆ, ਇਸ ਤਰ੍ਹਾਂ ਬਾਹਾਂ ਉਲਾਰਦਾ, ਨਾਲ ਉਹ ਰੋ ਰਿਹਾ ਹੈ। ਬਾਹਾਂ ਫੈਲਾ ਕੇ ਰੋਣ ਵਾਲਾ ਬੱਚਾ, ਮਾਂ ਦੇ ਕੰਨਾਂ 'ਚ ਆਵਾਜ਼ ਪੈਂਦੀ ਏ, ਉਹਦੀਆਂ ਫੈਲਾਈਆਂ ਹੋਈਆਂ ਬਾਹਾਂ ਨੂੰ ਦੇਖ ਕੇ ਮਾਂ ਝੁਕ ਕੇ ਉਹਨੂੰ ਆਪਣੇ ਕਲੇਜੇ ਨਾਲ ਲਾ ਲੈਂਦੀ, ਝੁਕ ਕੇ। ਤੂੰ ਤੁਰਨ ਜੋਗਾ ਨਹੀਂ, ਬਾਂਹ ਤੇ ਫੈਲਾ ਲੈ, ਨਹੀਂ ਤੇਰੇ ਤੋਂ ਤੁਰਿਆ ਜਾਂਦਾ, ਗੱਲ ਵੱਖਰੀ। ਤੂੰ ਛੱਡ ਪਰਾਂ, ਤੇਰੇ ਤੋਂ ਨਹੀਂ ਗੁਰਮਤ ਕਮਾਈ ਜਾਂਦੀ, ਤੇਰੇ ਤੋਂ ਨਹੀਂ ਮਨ ਟਿਕਦਾ ਪਿਆ। ਘੱਟੋ ਘੱਟ ਇੰਨੀ ਸਾਧਨਾ ਕਰ ਲੈ, ਬੱਚਾ ਨਹੀਂ ਤੁਰ ਸਕਦਾ, ਬੱਚਾ ਨਹੀਂ ਬੋਲ ਸਕਦਾ, ਉਹ ਸਿਰਫ ਬਾਹਾਂ ਫੈਲਾ ਕੇ ਰੋ ਸਕਦਾ ਹੈ। ਤੂੰ ਗੁਰੂ ਦੇ ਕੋਲ ਬਾਹਾਂ ਫੈਲਾ ਕੇ ਰੋ ਲੈ, ਗੁਰੂ ਆਪਣੇ ਆਪ ਚੁੱਕ ਕੇ ਤੈਨੂੰ ਚੁੱਕ ਲਵੇਗਾ, ਆਪਣੇ ਸੀਨੇ ਨਾਲ ਲਾਏਗਾ। ਫਿਰ ਬੇਨਤੀ ਹੈ ਕਿ ਕਰਮ, ਕਿਰਪਾ, ਨਦਰ। ਸਤਿਗੁਰੂ ਕਹਿੰਦੇ ਅਸੀਂ ਬਾਣੀ ਦਾ ਕੀਰਤਨ ਕਰਨੇ, ਇਹ ਕਰਮ ਹੈ ਨਾ ਜੀ। ਬਖਸ਼ਿਸ਼ ਇਹ ਤੋਂ ਬਾਅਦ ਵਰਤਦੀ। ਗੁਰੂ ਅਮਰਦਾਸ ਦੇ ਬੋਲ ਤੁਸੀਂ ਰੋਜ਼ ਪੜ੍ਹਦੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਿਹੜੀ ਬਾਣੀ? ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ। ਅੱਗੇ ਮਹਾਰਾਜ ਕਹਿੰਦੇ ਨੇ ਕੀ ਸਾਰੇ ਗਾਉਣ ਵਾਲਿਆਂ ਦੇ ਅੰਦਰ ਵਸ ਗਈ? ਨਹੀਂ ਵਸੀ। ਗਾ ਰਹੇ ਨੇ ਸਾਰੇ, ਮੈਂ ਵੀ ਕਥਾ ਕਰ ਰਿਹਾ। ਨਹੀਂ ਪਿਆਰਿਓ, ਸੱਚੀ ਗੱਲ ਜੇ, ਇਹ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋਣਾ। ਫਿਰ ਵੀ ਮੈਂ ਫਿਰ ਦੁਹਰਾ ਰਿਹਾ, ਕਰਮ ਕਰੋ, ਸਾਧਨਾ ਕਰੋ, ਪਰ ਕਦੀ ਵੀ ਕਰਮ ਦੀ ਖੌਮੇ ਨਹੀਂ ਕਰਨੀ, ਕਿਉਂਕਿ ਖੌਮੇ ਨੇ ਕਰਮ ਕਰਾਣੇ ਨੇ। ਕਰਮ ਕਰਕੇ ਵੀ ਛੱਡ ਦਿਓ, ਕਿਉਂਕਿ ਖੌਮੇ ਦੀ ਉਤਪਤੀ ਕਰਮਾਂ 'ਚੋਂ ਨਹੀਂ ਹੋਈ, ਹੁਕਮ 'ਚੋਂ ਹੋਈ ਏ। ਤੇ ਜਿੱਦਣ ਹੁਕਮ ਮੰਨਾਂਗੇ, ਖੌਮੇ ਲੈ ਮਗਰੋਂ ਹੀ ਤਾਂ ਲਵੇਗੀ। ਫਿਰ ਇਸ ਗੱਲ ਨੂੰ ਬਰੀਕ ਕੇ ਥੋੜ੍ਹੀ ਜਿਹੀ ਸਮਝੋ। ਮੈਂ ਸ਼ੁਰੂਆਤ ਕੀਤੀ, ਕਰਮ ਕਰਕੇ ਖੌਮੇ ਨਹੀਂ ਆਈ। ਖੌਮੇ ਇਹ ਆ ਜਾਤ ਹੈ, ਹਉਮੈ ਕਰਮ ਕਮਾਏ। ਇਹ ਬਿਨਾਂ ਕਰਮਾਂ ਤੋਂ ਆਈ ਸਾਡਿਆਂ ਤੋਂ। ਜਿਹੜੀ ਕਰਮਾਂ ਤੋਂ ਬਿਨਾਂ ਆਈ ਏ, ਕਰਮਾਂ ਤੋਂ ਬਿਨਾਂ ਮਗਰੋਂ ਨਹੀਂ ਲੈਣੀ ਹੈ। ਇਹ ਹੁਕਮ ਕਰਕੇ ਆਈ ਏ, ਤੇ ਜਿੱਦਣ ਹੁਕਮ ਦੀ ਕਾਰ ਕਮਾਉਣ ਲੱਗ ਪੈਗਾ, ਉਦਣ ਖੌਮੇ ਵੀ ਖਹਿੜਾ ਛੱਡ ਜਾਏਗੀ। ਨਾਨਕ ਹੁਕਮ ਹੈ ਜੇ ਬੁੱਝੈ ਤਾਂ। ਉੱਥੇ ਮਾਰੇ ਨੇ ਕਿਹਾ, ਹਉਮੈ ਕਹੇ ਨਾ ਕੋਈ। ਕੱਲ ਵੀ ਅਸੀਂ ਇਹ ਪ੍ਰਮਾਣ ਲਿਆ ਸੀ।
फिर बेनती करा कि देखो वो किरपा सतगुरु कहते ने बाणियां सिर बाणी, श्रोमणी बाणी, इस तो अगे कुछ नहीं। बाणियां सिर बाणी महाराज कहते ने गाओ सारे, सुनो सारे, पर एक गल चेते रखियो, जिनको नदर कर्म होवे खिरदा तिना समानी। किरपा करे जे अपनी, जिस उपर तेरी नदर होई उस दे अंदरे समाएगी। महाराज कहते ने जिनको नदर कर्म होवे खिरदा तिना समानी। मैं प्रमाण तुहानू देन लगा भी किरपा की खेड़ वरदी। कर्म मान लो तुसी असां घर च एक पेड़ा लाया, अंब दा पेड़ा ला लिया, फलदार कोई रुख लाया अपने बगीचे च जां खेत च, असी कर्म की करना है ते किरपा की हुंदी। सानू पता लग गया भी मौसम ठंड दा आ गया है, कई बारी कई सज्जन उस रुख नू ढकण दा यतन भी करदे ने। सानू पता लगा गर्मी असी पानी पा दिता, सानू पता लगा रुख दे जमीन दे नेड़े घाह आ गया सी, वो कट दिता, गोडी कर दिती, खाद पा दिती। पता लगा कीड़ा लग गया है, ओदी जड़ दे विच आपां दवाई पा दिती। ये आपां कर्म कर रहे हैं ना। गोडी कर्म है, पानी लाना कर्म है, बेनती ए वे दवाई पाना कर्म है। पर मैनू दसो अज तक किसी ने कहा मैं फल विच रस भरना है। रस भरना किरपा हुंदी है, गोडना पानी लाना कर्म हुंदा है। असी नहीं कर सकते रस भर सकने, किरपा धक्के नाल मिलदी। ये तां दात जोत खसमै वडियाई, ये खसम दे हत्थ विच। जदों भी फल च रस भरिया जाना, साडे कर्म नाल नहीं भरिया जाना। साडा कर्म है पानी ला दिओ, गोडी पा दिओ, बस इन्ना कुछ वाड़ कर दिओ। रस तां उदन भरिया जाना है जदों सूरजां दे सूरज ने सूरज नूं हुक्म कीता इस फल दे विच रस भर दे, उहदियां किरनां रस भरनगियां, साडे कर्म ने नहीं भरना। फिर मेरी बेनती है किरपा करे, हे सतगुरु जे तू किरपा करेगा तां शब्द कमाया जाना। खौमै दीर्घ रोग है दारू पी समाहे, किरपा करे जे अपनी तां गुर का शब्द कमाए। शब्द वो कमांदा जिहदे ते किरपा हो जाती है। से सिमरह जिन आप समराए। महाराज कहते ने तां सिमरिया जाएगा जे तेरी किरपा होवेगी। तां इसे नूं सच्चे पातशाह जी ने बाणी विच बचन कीते ने, कहन लगे नदर करे तां सिमरिया जाए। इसे करके मैनू याद है बाबा अतर सिंह हुणी एक गल कह दिंदे सन कि जदों सिख अमृत वेले उठे सब तो पहला शुक्र दा शब्द वरते, दाता तेरी किरपा हो गई, तू मैनू सदड़ा दे के अमृत वेले उठा लिया है। तेरी किरपा तो बिना तो उठिया भी नहीं जाता। हजूर कहते जे उसकी नदर हो जाए, किरपा हो जाए, फिर ये खौमे जाएगी, फिर शब्द कमान का स्वाद आवेगा। खौमे दीर्घ रोग है दारू पी समाहे, किरपा करे जे अपनी ता गुर का शब्द कमाहे। महाराज कहते नानक कहे सुनो सुनो जनो। धन गुरु अंगद साहब कहते हो भले पुरखो सुनो मेरी गल नूं, इत संयम दुख जाए। इस संयम नाल इस तरीके नाल दुख जाएगा। हुण महाराज जी किरपा करो, पौड़ी तत्त है जिहदा दुख चला जाता है खौमे दा, ओहदी जिंदगी की है। चलो ये तो सारा जिहड़ा बाकी सी पता लग गया। अगे फिर आई पौड़ी जिन्हां दी हौमे चली जाए, इत संयम दुख चला जाए, जिन्हां ने गुरु का शब्द कमा लिया, ਉਹਦੇ बारे फिर सतगुरु कहते ने सेव कीती संतोखई। विच बिंदी लगी है ना जी, जिन्नी सच्चो सच ते आया, जिदी खौमे का अभाव हो गया, मैं मेरी मर गई, वो फिर गुरु दी प्रभु दी सेवा विच लग गया। गुरमुखो इत्थे तीन गल्लां चेते रखियो, एक सेव, दूजी संतोखई ते तीजा सच्चो सच ते आया। पहली तुक च तीन तीन प्रकरण ने, पर साडे कोल समा इतना नहीं, असी इन्नी डिटेल च जा सकांगे क्योंकि बहुत लंबेरा समा लगेगा इस कथा। सतगुरु कहते हैं पहली गल संतोखी महापुरखा ने सेवा की। संतोख केड़ा? एक संतोख, दूजी सेवा। सेव की संतोखई। केड़ा संतोख? गल्लां वाला संतोख, मजबूरी वाला संतोख, जां सच दे सिमरन चों निकलिया संतोख? मैं फिर शब्द वरते ने, गल्लां वाला संतोख, मजबूरी वाला संतोख कि सच चों निकलिया संतोख? क्योंकि कई बारी बंदे नूं कुछ मिले ना, यतन करदा मैनूं मिल जाए,
ਨਾ ਮਿਲੇ ਉਹਨੂੰ ਮਜਬੂਰੀ ਹੈ, ਨਹੀਂ ਮਿਲਿਆ ਕਹਿੰਦਾ ਨਹੀਂ ਨਹੀਂ ਆਪਾਂ ਤਾਂ ਸੰਤੋਖ 'ਚ ਜੀਨੇ ਆ। ਨਹੀਂ, ਉਹ ਸੰਤੋਖ 'ਚ ਨਹੀਂ ਜੀ ਰਿਹਾ, ਉਹਦੀ ਮਜਬੂਰੀ ਬਣ ਗਈ। ਸੰਤੋਖ ਕਹਿਣਾ ਅੰਦਰ ਜੇ ਮੰਗਦਾ ਪਿਆ ਮੈਨੂੰ ਮਿਲਣਾ ਚਾਹੀਦਾ, ਮਜਬੂਰੀ ਵਾਲਾ ਸੰਤੋਖ ਨੇ। ਬੇਨਤੀ ਅਗਲੀ ਗੱਲਾਂ ਵਾਲਾ ਸੰਤੋਖ ਨੇ ਕਿ ਨਹੀਂ ਜੀ ਅਸੀਂ ਤਾਂ ਬਿਲਕੁਲ ਸੰਤੋਖੀ ਹਾਂ, ਸਾਨੂੰ ਕੁਝ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਨੇ ਕਈ ਲੋਕ ਆਪਣੇ ਅੰਦਰ ਦੀ ਖਵਸ਼ ਨੂੰ ਗੱਲਾਂ ਦੇ ਸੰਤੋਖ ਥੱਲੇ ਦਬਾਉਣਾ ਚਾਹੁੰਦੇ ਨੇ, ਪਰ ਅੰਦਰ ਸੰਤੋਖ ਹੈ ਨਹੀਂ। ਇਹ ਫਿਰ ਸੁਣਿਓ, ਸੰਤੋਖੀ ਹੀ ਸੇਵਾ ਕਰ ਸਕਦਾ ਹੈ। ਮਹਾਂਪੁਰਖ ਸੰਤੋਖ ਵਾਲੇ, ਸੰਤੋਖ ਜਿਹੜਾ ਸੱਚ ਵਿੱਚੋਂ ਪੈਦਾ ਹੋਇਆ ਹੈ, ਸੰਤੋਖ ਜਿਹੜਾ ਸਿਮਰਨ ਚੋਂ ਪੈਦਾ ਹੋਇਆ ਹੈ। ਪਿਆਰਿਓ, ਜਿਹੜਾ ਸਿਮਰਨ ਚੋਂ ਸੰਤੋਖ ਪੈਦਾ ਹੁੰਦਾ ਹੈ ਉਹ ਅੰਦਰ ਕਦੀ ਵੀ ਈਰਖਾਲੂ ਨਹੀਂ ਹੁੰਦਾ। ਜਿਹੜਾ ਮਜਬੂਰੀ ਵਿੱਚੋਂ ਸੰਤੋਖ ਪੈਦਾ ਹੁੰਦਾ ਹੈ ਉਹ ਆਪਣੇ ਪਰਿਵਾਰ ਵਿੱਚ ਵੀ ਈਰਖਾ ਪੈਦਾ ਕਰ ਦਿੰਦਾ। ਇਹਨੂੰ ਮੈਂ ਫਿਰ ਖੋਲ ਸਕਾਂ। ਮਜਬੂਰੀ ਵਿੱਚੋਂ ਮੰਨ ਲਓ 2 ਭਰਾ ਨੇ, 3 ਭਰਾ ਨੇ, ਬਿਜ਼ਨਸ ਹੈ, ਇੱਕ ਦਾ ਨਹੀਂ ਕੁਝ ਪੱਲੇ ਪੈ ਰਿਹਾ, ਉਹ ਕਹਿੰਦਾ ਨਹੀਂ ਇਹ ਤਾਂ ਲਾਲਚੀ ਹੈ ਜੀ, ਛੱਡੋ, ਇਹ ਤਾਂ ਮਰ ਚੱਲੇ ਨੇ, ਦਿਨ ਰਾਤ ਕੰਮ ਕਰਕੇ ਅਸੀਂ ਤਾਂ ਸਬਰ ਦੀਆਂ 2 ਰੋਟੀਆਂ ਦਾਲ ਫੁਲਕਾ ਖਾਣਾ। ਉਹ ਕਹਿ ਰਿਹਾ, ਪਰ ਚੇਤੇ ਰੱਖੋ ਉਹਦੇ ਅੰਦਰ ਇੱਕ ਚਿੰਗਾਰੀ ਭਖਦੀ ਪਈ ਹੈ, ਜਿਹੜਾ ਇਹਦੇ ਕੋਲ ਆਇਆ ਮੇਰੇ ਕੋਲ ਕਿਉਂ ਨਹੀਂ ਆਇਆ। ਉਹ ਸਿਰਫ ਜ਼ਬਾਨ ਨਾਲ ਮੁਸਕਰਾ। ਕੱਲ ਗੁਰੂ ਸਾਹਿਬ ਨੇ ਕਿਹਾ ਹਉ ਵਿੱਚ ਸੱਚ ਹੈ, ਹਉ ਵਿੱਚ ਰੋਬ ਹੈ। ਉਹਦੇ ਹਾਸੇ ਪਿੱਛੇ ਵੀ ਖੌਮੇਖ ਹੈ, ਜਿਹੜਾ ਸੱਚ ਵਿੱਚੋਂ ਨਿਕਲਿਆ ਸੰਤੋਖ। ਫਿਰ ਉਹ ਸੰਤੋਖ ਕੱਲਾ ਪੈਸੇ ਦੇ। ਆਓ ਥੋੜਾ ਜਿਹਾ ਮੈਂ ਪ੍ਰਕਰਨ ਸ਼ੁਰੂ ਕਰ ਦੇਣਾ ਹੈ, ਯਤਨ ਕਰਾਂਗਾ ਸੁਬਾ ਸਤਿਗੁਰੂ ਕਿਰਪਾ ਕਰਨੇ ਪੌੜੀ ਡਿਟੇਲ ਨਾਲ ਅਸੀਂ ਵਿਚਾਰ ਸਕੀ। ਗੁਰਮਖੋ, ਤ੍ਰਿਸ਼ਨਾ ਕਿੰਨੇ ਤਰ੍ਹਾਂ ਦੀ ਹੈ, ਅਸੀਂ ਸਿਰਫ ਅਰਥ ਕਰ ਰਹੇ ਹਾਂ ਤ੍ਰਿਸ਼ਨਾ ਦੇ ਧਨ ਨਾਲ। ਇਹ ਬੰਦਾ ਤ੍ਰਿਸ਼ਨਾਲੂ, ਇਹ ਧਨ ਦਾ ਲਾਲਚੀ ਹੈ, ਇਹ ਜ਼ਮੀਨ ਦਾ ਲਾਲਚੀ ਹੈ, ਇਹ ਇਸ ਤਰ੍ਹਾਂ ਨਹੀਂ। ਥੋੜਾ ਜਿਹਾ ਇਸ ਬਾਡੀ ਵੱਲ ਝਾਤੀ ਮਾਰ ਕੇ ਦੇਖੋ। ਜਿਵੇਂ ਖੌਮੇ ਪੂਰੀ ਸਰੀਰ ਦੇ ਪੁਤਲੇ ਨੂੰ ਕਾਬੂ ਕਰੀ ਬੈਠੀ ਹੈ, ਤ੍ਰਿਸ਼ਨਾ ਇੱਕ ਇੱਕ ਅੰਗ ਨੂੰ ਕਾਬੂ ਕਰੀ ਬੈਠੀ ਹੈ। ਸੱਚ ਵਿੱਚੋਂ ਨਿਕਲਿਆ ਸੰਤੋਖ ਪੈਸੇ ਦਾ ਸੰਤੋਖ ਨਹੀਂ, ਸੱਚ ਵਿੱਚੋਂ ਉਪਜਿਆ ਹੋਇਆ ਸੰਤੋਖ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਉਹ ਸੰਤੋਖ ਕਿਹੜਾ ਹੈ? ਪਹਿਲਾਂ ਮੈਂ ਬੇਨਤੀ ਕਰਾਂਗਾ, ਤ੍ਰਿਸ਼ਨਾ ਇੱਕ ਸ਼ਬਦ ਮੈਂ ਪੜ੍ਹ ਦੇਣਾ, ਉਹਦੇ ਵਿੱਚੋਂ ਮੈਨੂੰ ਪਾਠ ਕਰਦੇ ਹਾਂ ਜੀ। 3 ਤਰ੍ਹਾਂ ਦੀ ਤ੍ਰਿਸ਼ਨਾ ਗੁਰਦੇਵ ਨੇ ਜੀ ਕਹੀ। ਇੱਕ ਤ੍ਰਿਸ਼ਨਾ ਹੈ ਧਨ ਦੀ, ਦੂਸਰੀ ਤ੍ਰਿਸ਼ਨਾ ਹੈ ਜੀਵ ਦੀ ਤੇ ਢਿੱਡ ਦੀ, ਤੀਸਰੀ ਤ੍ਰਿਸ਼ਨਾ ਹੈ ਕਾਮੁਕ ਦੀ, ਕਾਮਤਾ ਦੀ। ਇਹ ਤਿੰਨਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਇਹਦਾ ਮਤਲਬ ਫਿਰ ਤਿੰਨਾਂ ਦਾ ਸੰਤੋਖ ਵੀ ਵੱਖਰਾ ਕੋਈ ਅਰਥ ਰੱਖਦਾ। ਉਹ ਸ਼ਬਦ ਹੈ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ। ਭੂਮਨ ਦਾ ਅਰਥ ਜ਼ਿਮੀਦਾਰ, ਜਿਹਦੇ ਕੋਲ ਜ਼ਮੀਨ, ਲੈਂਡ ਲੋਰਡ, ਜਿਹਦੇ ਕੋਲ ਬਹੁਤ ਸਾਰਾ ਜ਼ਮੀਨ ਹੋਵੇ, ਖੇਤ ਹੋਣ। ਕਹਿੰਦੇ ਉਹਦੀ ਤ੍ਰਿਸ਼ਨਾ ਵੀ ਨਹੀਂ ਬੁੱਝੀ। ਉਹ ਕਹਿੰਦਾ ਨਾਲ ਦਾ ਕਿੱਲਾ ਵੀ ਮੇਰੇ ਕੋਲ ਹੋ ਜਾਣਾ ਚਾਹੀਦਾ। ਆ ਨਾਲ ਦਾ ਪਲਾਟ ਜੇ ਮਿਲ ਗਿਆ ਨਾ ਫਿਰ ਬੜੀ ਮੌਜ ਲੱਗ ਜਾਏਗੀ, ਭਾਵੇਂ ਛੱਤਣ ਵਾਸਤੇ ਜੀ ਇੰਨੇ ਨਾ ਹੋਣ। ਉਹ ਭੁੱਖ ਤੇ ਹੈ ਨਾ ਕਿ ਮੇਰੀ ਜ਼ਮੀਨ ਵਧੇ। ਦੂਸਰੀ ਗੱਲ ਕਿ ਰਾਜਾ ਧਨ ਵਾਲਾ, ਉਹ ਚਾਹੁੰਦਾ ਵੀ ਜੇ ਇੰਨਾ ਖਜ਼ਾਨਾ ਹੋਇਆ ਹੋਰ ਇਕੱਠਾ ਹੋ ਜਾਏ। ਸਤਿਗੁਰੂ ਕਹਿੰਦੇ ਨੇ ਇੱਕ ਤ੍ਰਿਸ਼ਨਾ ਹੈ ਧਨ ਦੀ, ਜ਼ਮੀਨ ਦੀ। ਉੱਥੇ ਸਤਿਗੁਰੂ ਨੇ ਰਾਜਨ ਤੇ ਭੂਮਨ ਸ਼ਬਦ ਵਰਤੇ, ਰਾਜਾ ਤੇ ਜ਼ਿਮੀਦਾਰ। ਇਹਦਾ ਮਤਲਬ ਇਹਦਾ ਸੰਬੰਧ ਪੇਟ ਦੀ ਭੁੱਖ ਨਾਲ ਨਹੀਂ, ਇਹਦਾ ਸੰਬੰਧ ਕਾਮੁਕ ਬਿਰਤੀ ਨਾਲ ਨਹੀਂ, ਇਹਦਾ ਸੰਬੰਧ ਮਨ ਵਿੱਚੋਂ ਉੱਠੀ ਹੋਈ ਉਸ ਤ੍ਰਿਸ਼ਨਾ ਨਾਲ ਹੈ ਕਿ ਸਭ ਕੁਝ ਮੇਰਾ ਹੋਵੇ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁਝੀ। ਮਸਤ ਨੇ ਮਾਇਆ 'ਚ, ਅੱਖਾਂ ਨੂੰ ਸਮਝ ਹੀ ਨਹੀਂ ਪੈ ਰਹੀ। ਅੱਗੇ ਮਹਾਰਾਜ ਕਹਿੰਦੇ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੀ ਧਰਾਪੈ ਬਿਨਾਰ ਕਹਾਂ ਆਗਾਹੀ। ਲੱਕੜਾਂ ਅੱਗ ਉੱਤੇ ਸੱਟੀ ਜਾਓ, ਬਾਲਣ ਪਾਈ ਜੋ ਅੱਗ ਤੇ, ਕਦੀ ਅੱਗ ਰਜਦੀ, ਕਦੀ ਨਹੀਂ ਕੋਈ ਰਚਿਆ। ਮਹਾਰਾਜ ਕਹਿੰਦੇ ਵਿਖਿਆ ਮੈਂ ਇਸ ਜ਼ਹਿਰ 'ਚ, ਇਸ ਤ੍ਰਿਸ਼ਨਾ 'ਚ ਕੋਈ ਰਜਿਆ ਨਹੀਂ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੀ ਧਰਾਪੈ ਬਿਨਾਰ ਕਹਾਂ ਆਗਾਹੀ। ਅੱਗੇ ਮਹਾਰਾਜ ਕਹਿੰਦੇ ਨੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੈ ਨਾ ਭੂਖਾ। ਸੁਣੋ, ਪਹਿਲਾ ਰਾਜਨ ਔਰ ਭੂਮਨ ਆ ਗਿਆ। ਉੱਥੇ ਨਹੀਂ ਕਿਹਾ ਵੀ ਜੀਵ ਦਾ ਚਸਕਾ। ਮੇਰੀ ਬੇਨਤੀ ਹੈ ਸੰਤੋਖ ਦੇ ਅਰਥ ਕੇਵਲ ਇਹ ਨਾ ਕਰੀਏ ਕਿ ਜਿਹੜਾ ਪਰਿਵਾਰ ਨੂੰ ਛੱਡ ਕੇ ਝੌਂਪੜੀ 'ਚ ਰਹਿ ਰਿਹਾ, ਗੁਰਦੁਆਰੇ ਰਹਿ ਰਿਹਾ, ਉਹ ਹੀ ਸੇਵਾ ਕਰਦਾ ਹੈ। ਸੰਤੋਖ ਦੇ ਅਰਥ ਨੇ
ਜਿਹੜਾ ਮਨ ਕਰਕੇ, ਪੇਟ ਕਰਕੇ, ਇੰਦਰੀਆਂ ਕਰਕੇ ਪੂਰਨ ਤੌਰ ਤੇ ਰੱਜ ਗਿਆ ਹੈ, ਜਿਹਦੇ ਅੰਦਰ ਕਿਸੇ ਤਰ੍ਹਾਂ ਦੀ ਭੁੱਖ ਨਹੀਂ। ਮਹਾਰਾਜ ਦੂਜੀ ਤ੍ਰਿਸ਼ਨਾ ਦਾ ਜ਼ਿਕਰ ਕਰਦੇ ਨੇ ਕਿ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਦਿਨ ਰਾਤ ਅਸੀਂ ਛਕਨੇ ਪਏ ਹਾਂ। ਦੇਖੋ ਇਹ ਬਿਲਕੁਲ ਨਹੀਂ ਰੱਜੀ। ਇਹਨੇ ਰੱਜਣਾ ਵੀ, ਮਹਾਰਾਜ ਨੇ ਤੇ ਕਿਹਾ ਅਣਰਸ ਵਾਲੀ ਕਿੱਥੇ ਰੱਜੇਗੀ ਜਿੰਨੀ ਦੇਰ ਤੱਕ ਰਾਮ ਰਸ ਨਹੀਂ ਪੀਂਦੀ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੇ ਸਵਾਨ ਕੀ ਨਾਈ, ਚਾਰੇ ਕੁੰਟਾ ਕੋਖਾ। ਉੱਥੇ ਕੁੱਤੇ ਵਾਲੀ ਬਿਰਤੀ ਕਹੀ, ਕਿਉਂਕਿ ਕੁੱਤੇ ਦੀ ਜੀਭ ਕਦੀ ਰੱਜਦੀ ਨਹੀਂ। ਇਹਨੂੰ ਮੇਰੀ ਬੇਨਤੀ, ਕਿਸੇ ਨੂੰ ਟਾਰਗੇਟ ਬਣਾ ਕੇ ਨਹੀਂ, ਇਹ ਬੰਦੇ ਦੀ ਸਮੱਸਿਆ ਹੈ, ਜੀਭ ਨਹੀਂ ਰੱਜਦੀ। ਮੈਨੂੰ ਯਾਦ ਹੈ ਮੈਂ ਸੂਫੀਆਂ ਦੇ ਸਾਹਿਤ 'ਚ ਪੜ੍ਹਿਆ ਸੀ ਕਿ ਇੱਕ ਵਾਰ ਕਿਸੇ ਨੇ ਪ੍ਰਸ਼ਾਦਾ ਵਰਜਿਆ ਸੀ ਕਿਸੇ ਸਾਧੂ ਦਾ, ਤੇ ਜਦੋਂ ਉਹਨੇ ਪਰੋਸ ਕੇ ਰੱਖਿਆ, ਗ੍ਰਸਤੀ ਸੀ ਬੰਦਾ, ਸਾਦਾ ਜਿਹਾ, ਇੰਨਾ ਕੁਛ ਹੈ ਨਹੀਂ ਸੀ। ਉਹ ਜਿਹੜਾ ਭੋਜਨ ਛਕਣ ਆਇਆ, ਉਹਨੇ ਥਾਲ ਦੇਖ ਕੇ ਕਿਹਾ ਬਸ ਇੰਨਾ ਕੁਛ ਹੀ। ਸਿੱਖ ਦਾ ਕੰਮ ਕੇਵਲ ਢਿੱਡ ਭਰਨਾ ਨਹੀਂ, ਸਿੱਖ ਨੇ ਪੇਟ 'ਚ ਤਾਂ ਪਾਣਾ ਮੈਂ ਜੀ ਕੇ ਬੰਦਗੀ ਕਰ ਸਕਾਂ। ਉਹਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਗਿਆ। ਇਹ ਪੌੜੀ ਤਾਂ ਸਿਖਰ ਹੈ ਜੀ ਸਿੱਖੀ ਦਾ। ਕੈਸਾ ਹੁੰਦਾ ਸਿੱਖ? ਉਹਨੇ ਕਿਹਾ ਜੋ ਮੇਰੇ ਕੋਲ ਸੀ ਮੈਂ ਗਰੀਬ ਨੇ ਦੇ ਦਿੱਤਾ। ਕਹਿੰਦਾ ਫਿਰ ਤੂੰ ਮੈਨੂੰ ਬੁਲਾਇਆ ਕਿਉਂ ਜੇ ਤੇਰੇ ਕੋਲ ਇੰਨਾ ਕੁਛ ਸੀ? ਉਹਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਕੰਮ ਕਰੋ, ਮੇਰੇ ਕੋਲ ਜੋ ਸੀ ਮੈਂ ਦੇ ਦਿੱਤਾ, ਤੁਸੀਂ ਆਪਣੇ ਕੋਲੋਂ ਕੁਝ ਪਾ ਲਓ। ਉਹ ਜਿਹਨੇ ਰੋਟੀ ਵਰਜੀ ਉਹ ਵੀ ਅੰਦਰ ਦਾ ਭੇਦੀ ਸੀ, ਕਹਿੰਦਾ ਆਪਣੇ ਕੋਲੋਂ ਕੁਝ ਪਾਓ। ਉਹ ਕਹਿੰਦਾ ਮੈਂ ਤਿਆਗੀ ਹਾਂ, ਮੇਰੇ ਤਾਂ ਚੋਲੇ ਨੂੰ ਜੇਬ ਵੀ ਕੋਈ ਨਹੀਂ, ਮੇਰੇ ਕੱਪੜੇ ਨੂੰ ਜੇਬ ਨਹੀਂ। ਤੂੰ ਗ੍ਰਸਤੀ ਹੈ, ਤੇਰੇ ਘਰ ਟਰੰਕ ਪਏ ਨੇ, ਤੇਰੇ ਘਰ ਸਮਾਨ ਰੱਖਣ ਵਾਸਤੇ ਭਾਂਡੇ ਪਏ ਨੇ, ਮੈਂ ਆਪਣੇ ਕੋਲੋਂ ਕੀ ਪਾਣਾ? ਮੈਂ ਤਾਂ ਘਰ ਬਾਰ ਛੱਡੀ ਬੈਠਾ। ਉਹਨੇ ਗ੍ਰਸਤੀ ਨੇ ਕੜਕ ਕੇ ਕਿਹਾ ਬਾਬਾ ਪੈਸੇ ਤੇਰੇ ਕੋਲ ਨਹੀਂ, ਤੇਰੇ ਕੱਪੜਿਆਂ ਨੂੰ ਜੇਬ ਕੋਈ ਨਹੀਂ, ਤੇਰੇ ਕੋਲ ਗੱਠੜੀ ਕੋਈ ਨਹੀਂ, ਪਰ ਘੱਟੋ ਘੱਟ ਜਿੱਦਣ ਦਾ ਘਰੋਂ ਨਿਕਲਿਆ ਤੂੰ ਬੰਦਗੀ ਕਰਦਾ, ਤੈਨੂੰ ਸਬਰ ਆ ਜਾਂਦਾ। ਆਪਣੇ ਕੋਲੋਂ ਸਬਰ ਪਾ ਲਈਏ ਤੇ ਸੁੱਕੀਆਂ ਰੋਟੀਆਂ ਵੀ ਅੰਮ੍ਰਿਤ ਬਣ ਜਾਂਦੀਆਂ ਹੁੰਦੀਆਂ। ਤੂੰ ਸੰਤੋਖ ਨਹੀਂ ਪਾ ਸਕਦਾ ਆਪਣੇ ਕੋਲੋਂ? ਸੰਤੋਖ ਦੇ ਅਰਥ ਬੜੇ ਗਹਿਰੇ ਨੇ। ਅਸੀਂ ਤਾਂ ਸਿਰਫ ਇੱਕੋ ਹੀ ਖਿੱਚੀ ਜਾਂਦੇ ਸੰਤੋਖ ਦੇ ਅਰਥ ਜੀ, ਆ ਧਨ ਵਾਲਾ ਧਨ ਵਾਲਾ। ਉਹ ਵੀ ਸਾਈਕੀ ਬੰਦੇ ਦੀ। ਚੇਤੇ ਰੱਖਿਓ, ਜਿਹੜਾ ਬੰਦਾ ਬਹੁਤੀਆਂ ਗੱਲਾਂ ਨਾਲ ਕਿਸੇ ਦਾ ਖੰਡਨ ਕਰਦਾ, ਤਕਰੀਬਨ ਉਹਦਾ ਅੰਦਰ ਉਹੋ ਜਿਹਾ ਹੁੰਦਾ ਹੈ। ਹੁਣ ਸਤਿਗੁਰੂ ਕਹਿੰਦੇ ਨੇ ਇੱਕ ਹੈ ਤ੍ਰਿਸ਼ਨਾ ਧਨ ਦੌਲਤ ਦੀ, ਜ਼ਮੀਨ ਦੀ। ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਧਨ ਦੌਲਤ ਦੀ ਕੋਈ ਨਹੀਂ, ਉਹ ਤੇ ਚਸਕਾ ਖਾਣਾ ਹੈ ਜੀ। ਜਿਵੇਂ ਬਾਹਰ ਜਾਈਦਾ ਨਾ ਜੀ, ਸ਼ੁੱਕਰਵਾਰ ਨੂੰ ਮਿਲਦੇ ਨੇ ਚੈੱਕ ਗੋਰਿਆਂ ਨੂੰ, ਉਹ ਦਿਨ ਉਹਨਾਂ ਦੇ ਚਿਹਰੇ ਦੱਸਦੇ ਨੇ ਆਪਣੇ ਸਿੰਘ, ਕਹਿੰਦੇ ਖੇੜਾ ਦੇਖੋ, ਐ ਖੁਸ਼ ਹੈਲੋ ਹਾਏ ਕਰਦੇ ਨੇ। ਤੇ ਸੋਮਵਾਰ ਇਸ ਤਰ੍ਹਾਂ ਆਉਂਦੇ ਨੇ ਜਿਵੇਂ ਕਿਤੇ ਮਾਈ ਮਰੀ ਹੁੰਦੀ ਐ, ਸਿਰ ਸੱਟਿਆ ਹੁੰਦਾ, ਕਿਉਂਕਿ ਜੋ ਕੁਝ ਸੀ ਉਹ 2 ਰਾਤਾਂ 'ਚ ਸਭ ਕੁਝ ਖਪਾ ਦਿੱਤਾ। ਜੀਭ ਦਾ ਚਸਕਾ ਨਹੀਂ ਮਿਟਦਾ ਪਿਆ, ਤੇ ਆਪਣਾ ਵੀ ਕਿਹੜਾ ਮਿਟਦਾ? ਗੁਰਮੁਖੋ ਚੇਤੇ ਰੱਖਿਓ, ਸਾਡੀ ਜੀਭ ਮਾਂ ਦੀ ਰੋਟੀ ਸਾਨੂੰ ਵੀ ਚੰਗੀ ਨਹੀਂ ਲੱਗਦੀ, ਸਾਨੂੰ ਵੀ ਬਾਹਰ ਦਾ ਰੈਸਟੋਰੈਂਟ ਹੀ ਚੰਗਾ ਲੱਗਦਾ। ਇਹਨੂੰ ਸਮਝੋ, ਕਿਸੇ ਨੂੰ ਨਸੀਬ ਨਹੀਂ ਹੁੰਦੀ। ਭਾਗਾਂ ਵਾਲਿਆਂ ਨੂੰ ਮਾਂ ਦੀ ਰੋਟੀ ਮਿਲਦੀ, ਉਹਦੀ ਰੋਟੀ 'ਚ ਬੜਾ ਪਿਆਰ ਹੈ, ਸੱਚ ਇਹ। ਪਰ ਇੱਕ ਤ੍ਰਿਸ਼ਨਾ ਇਹਦੀ ਗੱਲ ਕਦੀ ਨਹੀਂ ਕੀਤੀ ਗਈ। ਹਜ਼ੂਰ ਨੇ ਕਿਹਾ ਵੀ ਇੱਕ ਤ੍ਰਿਸ਼ਨਾ ਦੌਲਤ ਦੀ, ਜ਼ਮੀਨ ਦੀ, ਦੂਜੀ ਤ੍ਰਿਸ਼ਨਾ ਕੁੱਤੇ ਦੀ ਭੁੱਖ। ਉਦਮ ਕਰੇ ਸਵਾਨ ਕੀ ਨਾਹੀ, ਚਾਰੇ ਕੁੰਟਾ ਕੋਖਾ। ਤੇ ਇਹਨਾਂ ਦੇਖੋ, ਇੱਕ ਤਾਂ ਅਸੀਂ ਕਹਿੰਦੇ ਇਹਨੂੰ ਕੁੱਤੇ ਦੀ ਖੱਡੀ ਦਾ ਸਵਾਦ ਹੈ। ਕੁੱਤੇ ਦੀ ਖੱਡੀ ਦਾ ਸਵਾਦ ਕੀ ਜੀ? ਮੈਂ ਇੱਕ ਵਾਰ ਅਰਜ਼ ਕੀਤੀ ਸੀ, ਹਰ ਚੀਜ਼ ਦੇ ਜਿੰਨੀਆਂ ਵੀ ਗੱਲਾਂ ਬਾਤਾਂ ਨੇ ਇਹਦੇ ਕੋਈ ਅਰਥ ਨਹੀਂ। ਸਾਡੇ ਪੰਜਾਬੀ 'ਚ ਇੱਕ ਮੁਹਾਵਰਾ ਵਰਤਦੇ ਹੁੰਦੇ ਸਨ, ਛੱਡੋ ਇਹਦੀ ਗੱਲ, ਇਹ ਨਾ ਤਿੰਨਾਂ 'ਚ ਨਾ 13 'ਚ। ਮੈਂ ਇੱਕ ਵਾਰ ਇਹਦੇ ਅਰਥ ਕੀਤੇ ਸਨ। ਇਹ ਨਾ ਤਿੰਨਾਂ 'ਚ ਨਾ 13 ਸੀ ਕਹਿੰਦੇ ਨੇ ਜੀ ਪੁਰਾਣੇ ਲੋਕ, ਤਿੰਨਾਂ ਤੇ 13 ਦੇ ਕੋਈ ਅਰਥ ਨੇ, ਐਵੇਂ ਨਹੀਂ। ਪੁਰਾਣੇ ਸਮੇਂ ਜਦੋਂ ਬੰਦਾ ਕੋਈ ਮਰ ਜਾਂਦਾ ਸੀ, ਉਹਦਾ ਤੇਰੀਆ ਕਰਦੇ ਸਨ ਜੀ। ਇਸ ਤਰ੍ਹਾਂ ਹੁੰਦਾ ਸੀ, ਚਲੋ ਆਪਣੇ ਤੇ ਦੁਸ਼ਹਿਰਾ ਵਰਤ ਨੇ, 10 ਦਿਨਾਂ ਬਾਅਦ ਭੋਗ ਪਾ ਦਿੱਤਾ। ਖੈਰ ਅੱਜ ਤਾਂ ਲੋਕੀ 10 ਵੀ ਮੁਸ਼ਕਿਲ ਨਾਲ ਕੱਢਦੇ ਨੇ, ਕਹਿੰਦੇ ਵੀ ਛੇਤੀ ਛੇਤੀ ਇਹ ਮਰੇ ਤੇ ਪਾਠ ਪਹਿਲਾਂ ਹੀ ਕਰ ਲਈਏ, ਕੰਮ ਨਹੀਂ ਪੜ ਜਾਏ। ਉਹ 13 ਦਾ ਮਤਲਬ ਸੀ ਵੀ 13 ਦਿਨ ਉਹ ਜਿਹੜਾ ਕਰਮ ਕਰਦੇ ਸਨ। ਤੇ ਵਿਆਹ 3 ਦਿਨ ਹੁੰਦਾ ਸੀ, 3 ਦਿਨ ਹੁੰਦਾ ਸੀ ਵਿਆਹ। ਪਹਿਲਾ ਦਿਨ ਵੜ ਹੁੰਦੀ ਸੀ, ਦੂਜਾ ਦਿਨ ਵਿਆਹ ਹੁੰਦਾ ਸੀ, ਤੀਜਾ ਮਕਲਾਵਾ ਲੈਣ ਜਾਂਦੇ। 3 ਦਿਨਾਂ ਬਾਅਦ ਵਿਆਹ ਮੁੱਕ ਜਾਂਦੀ ਸੀ। ਹੁਣ ਤੇ ਵਿਆਹ ਹੀ 13 ਦਿਨ ਚੱਲਦਾ। ਮਰਨ ਵਾਲਾ ਕੰਮ 13 ਤੇ ਆ ਗਿਆ। ਜਿਹੜਾ ਵਿਆਹ ਸੀ ਉਹ ਮਰਨ ਵਾਲਾ ਕੰਮ ਲੈ ਗਿਆ, ਜਿਹੜਾ ਮਰਨ ਵਾਲਾ ਸੀ ਉਹ ਵਿਆਹ ਵਾਲਾ ਕੰਮ ਬਣ ਗਿਆ। ਜਿਹੜਾ ਕੰਮ 13 ਦਿਨਾਂ 'ਚ ਹੁੰਦਾ ਸੀ ਨਾ ਜੀ, ਉਹ 3 'ਚ ਮੁਕਾ ਦਿੱਤਾ, ਨਵੇੜੋ, ਕਰੋ ਅਰਦਾਸ ਅੰਤਮ। ਤੇ ਜਿਹੜਾ 3 ਦਿਨ ਕਰਨਾ ਸੀ ਉਹਨੂੰ 13 ਦਿਨਾਂ 'ਚ ਖਿੱਚਣੇ।
ਅੱਜ ਰਿੰਗ ਸੈਰਮਨੀ ਮੈਂ ਇੱਕ ਦਿਨ ਕਿਹਾ ਵੀ ਅਸੀਂ ਪੂਰੇ ਸਿਰੇ ਗੱਲ ਹਰ ਕੋਈ ਗੱਲ ਲਾਉਂਦੇ ਆ। ਅਸੀਂ ਕਹਿੰਦੇ ਹਾਂ ਵੀ ਅਸੀਂ ਸਿੱਖ ਹਾਂ ਨਾ, ਸਰਬ ਸਾਂਝਾ। ਰਿੰਗ ਸਿਮਰਨੀ ਜ਼ਰੂਰ ਕਰਨੀ ਹੈ ਕਿਉਂਕਿ ਈਸਾਈ ਵੀ ਖੁਸ਼ ਕਰਨੇ ਨੇ ਹੈ। ਉਸ ਤੋਂ ਬਾਅਦ ਅਸੀਂ ਚੁੰਨੀ ਵੀ ਚੜ੍ਹਾਉਣੀ ਹੈ। ਅਸੀਂ ਇਸਲਾਮ ਨੂੰ ਵੀ ਖੁਸ਼ ਜ਼ਰੂਰ ਕਰਨਾ ਹੈ। ਜੈ ਮਾਲਾ ਜ਼ਰੂਰ ਪਾਣੀ ਹੈ। ਹਿੰਦੂਇਜ਼ਮ ਵੀ ਅਪਣਾਉਣਾ ਹੈ। ਸਭ ਕੁਝ ਕਰਨ ਕਰਾਉਣ ਤੋਂ ਕਹਿੰਦੇ ਆ ਬਾਬਾ ਜੀ ਹੁਣ ਕਿਰਪਾ ਕਰਿਓ, ਟਾਈਮ ਬਹੁਤ ਹੋ ਗਿਆ, ਅੱਧੇ ਘੰਟੇ 'ਚ ਆਨੰਦ ਪੜ੍ਹ ਦਿਓ। ਇਹ ਹੱਸਣ ਵਾਲੀ ਗੱਲ ਨਹੀਂ, ਰੋਣ ਵਾਲੀ ਗੱਲ ਹੈ ਸਾਡੇ ਲਈ। ਜਿੱਥੋਂ ਅੱਤ ਦੀਆਂ ਸੀਸਾਂ ਮਿਲਦੀਆਂ ਸਨ ਗੁਰੂ ਦੀਆਂ, ਉਹਦੇ ਲਈ ਸਾਡੇ ਕੋਲ ਕਿੰਨਾ ਕੁ ਟਾਈਮ ਹੈ। ਫਿਰ ਮੈਂ ਬੇਨਤੀ ਕਰਾਂ, ਕੁੱਤੇ ਦੀ ਹੱਡੀ ਕੀ ਕਹੇ? ਉਹ ਜੀਵ ਦਾ ਸਵਾਦ ਸੀ। ਕੁੱਤਾ ਹੱਡੋ ਰੋੜੇ ਵਿੱਚੋਂ ਹੱਡੀ ਚੁੱਕ ਕੇ ਲਿਆਉਂਦਾ। ਮੈਂ ਸੰਤੋਖ ਲਫ਼ਜ਼ 'ਤੇ ਬੋਲਣ ਲੱਗਾ। ਉਹਨੇ ਹੱਡੀ 'ਚ ਖੂਨ ਨਹੀਂ, ਮਾਂਸ ਨਹੀਂ, ਉਹਨੇ ਹੱਡੀ ਨੂੰ ਚਬਾਉਣਾ ਸ਼ੁਰੂ ਕਰ ਦਿੱਤਾ। ਹੱਡੀ ਤਿੱਖੀ ਸੀ, ਉਹਦੇ ਮਸੂੜਿਆਂ ਨੂੰ ਵੱਜੀ, ਉਹਦਾ ਆਪਣਾ ਖੂਨ ਨਿਕਲਣ ਲੱਗ ਪਿਆ। ਬਾਹਰੋਂ ਨਹੀਂ ਆਇਆ, ਆਪਣੇ ਮਸੂੜੇ 'ਚੋਂ ਖੂਨ ਨਿਕਲਦਾ ਹੈ, ਉਹ ਹੱਡੀ ਨੂੰ ਚੂਸਦਾ ਹੈ। ਇਸ ਕਰਕੇ ਸ਼ਾਇਦ ਮੈਨੂੰ ਇਸ ਹੱਡੀ 'ਚੋਂ ਖੂਨ ਨਿਕਲਦਾ ਹੈ। ਕੁੱਤੇ ਦੀ ਹੱਡੀ ਦਾ ਸਵਾਦ ਕਦੀ ਕੁੱਤਾ ਰੱਜਦਾ ਨਹੀਂ ਦੇਖਿਆ। ਦੂਸਰੀ ਗੱਲ, ਬਸੰਤ ਰਾਗ ਸ਼ੁਰੂ ਹੁੰਦਾ ਹੈ। ਇੱਕ ਸ਼ਬਦ ਦਰਬਾਰ ਸਾਹਿਬ ਅਕਸਰ ਕੀਰਤਨੀਏ ਪੜ੍ਹਦੇ ਨੇ, ਚਾਕੀ ਚਾਟੇ ਚੂਨ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕੁੱਤਾ ਚੱਕੀ ਚੱਟਦਾ ਹੈ। ਜਿਹੜਾ ਪਰੋਲਾ ਹੁੰਦਾ, ਪਰੋਲਾ ਸ਼ਬਦ ਵੀ ਬੜਾ ਪੁਰਾਣਾ ਹੈ ਜੀ। ਉਹ ਕੱਪੜਾ ਜਿਹੜਾ ਭਰਿਆ ਆਟੇ ਨਾਲ, ਕੁੱਤਾ ਜਾਂਦਿਆ ਉਹਨੂੰ ਮੂੰਹ 'ਚ ਪਾ ਜਾਂਦਾ, ਉਹਦਾ ਅੰਦਰ ਨਹੀਂ ਰੱਜ। ਸਤਿਗੁਰੂ ਕਹਿੰਦੇ ਨੇ ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾਂ ਕਿ ਮਿਟੈ ਨਾ ਭੂਖਾ, ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ। ਦੋ ਗੱਲਾਂ ਹੋ ਗਈਆਂ ਜੀ। ਇੱਕ ਧਨ ਦੀ ਤ੍ਰਿਸ਼ਨਾ, ਵੱਡੇ ਵੱਡੇ ਰਾਜਨ ਅਰ ਭੂਮਨ। ਦੂਸਰੀ ਬੇਨਤੀ ਮੈਂ ਕੀਤੀ ਜੀਵ ਦੀ ਤ੍ਰਿਸ਼ਨਾ, ਹਰ ਇਨਸਾਨ ਦੀ। ਤੀਸਰੀ ਬੇਨਤੀ ਹੈ ਕਾਮਕ ਤ੍ਰਿਸ਼ਨਾ। ਸਤਿਗੁਰੂ ਕਹਿੰਦੇ ਜਿਹੜਾ ਸੰਤੋਖੀ ਹੈ, ਸੱਚੀ ਗੱਲ ਧਨ ਵੱਲੋਂ ਵੀ ਰੱਜਿਆ ਹੈ, ਸੰਤੋਖੀ ਜੀਵ ਵੱਲੋਂ ਵੀ ਰੱਜਿਆ ਹੈ। ਅਗਲਾ ਬਚਨ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹੇ ਨਾ ਚੂਕੈ। ਮਹਾਰਾਜ ਜੀ ਦਾ ਬੋਲ। ਕਾਮੁਕ ਇੱਕ ਤ੍ਰਿਸ਼ਨਾ ਹੈ। ਬੀਬੀਆਂ ਭੈਣਾਂ ਬੈਠੀਆਂ ਨੇ, ਮੈਂ ਸ਼ਬਦ ਬੜੇ ਪਰਦੇ 'ਚ ਕਹਾਂਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਤ੍ਰਿਸ਼ਨਾ ਦਾ ਜ਼ਿਕਰ ਕਿਉਂ ਨਹੀਂ ਤੂੰ ਕਰ ਰਿਹਾ? ਕਾਮਵੰਤ ਕਾਮੀ ਬਹੁ ਬਨਾਰੀ ਪਰ ਗ੍ਰਹਿ ਜੋਏ ਨਾ ਚੁੱਕੈ। ਦਿਨ ਦਿਨ ਕਰਤ, ਇਹ ਦਿਨ ਰਾਤ ਉਸ 'ਚ ਪ੍ਰਵਿਰਤ ਹੋਇਆ ਪਿਆ, ਪਰ ਇਹਦਾ ਅੰਦਰ ਤ੍ਰਿਪਤ ਨਹੀਂ। ਮੈਨੂੰ ਦੱਸੋ ਅੱਜ ਤੱਕ ਵਾਸ਼ਨਾ ਭੋਗਦਿਆਂ ਕੋਈ ਤ੍ਰਿਪਤ ਹੋਇਆ? ਨਹੀਂ। ਜਿੰਨੀ ਸੱਚੋ ਸੱਚ ਧਿਆਇਆ ਉਹਨਾਂ ਵਿੱਚ ਇੰਨਾ ਸੰਤੋਖ ਪੈਦਾ ਹੋ ਗਿਆ। ਸੱਚ ਐਵੇਂ ਉਹਨਾਂ ਦਾ ਸਰੀਰ ਹਰ ਪੱਖ ਤੋਂ ਤ੍ਰਿਸ਼ਟ ਹੋ ਗਿਆ, ਸੰਤੁਸ਼ਟ ਹੋ ਗਿਆ। ਨਾ ਰੋਟੀ ਦੀ ਭੁੱਖ, ਨਾ ਵਾਸ਼ਨਾ ਦੀ ਭੁੱਖ, ਕਿਉਂਕਿ ਉਹਨਾਂ ਨੂੰ ਇੱਕੋ ਭੁੱਖ ਲੱਗੀ ਏ, ਨਾਨਕ ਭਗਤਾਂ ਭੁੱਖ ਸਲਾਹਣ, ਉਹਦੀ ਬੰਦਗੀ ਤੇ। ਫਿਰ ਬੇਨਤੀ ਕਰਾਂਗਾ, ਸੇਵ ਕੀਤੀ ਸੰਤੋਖ ਹੀ। ਸੰਤੋਖ ਵਾਲਿਆਂ ਨੇ ਸੇਵਾ ਕੀਤੀ ਤੇ ਸੰਤੋਖ ਉਪਜਿਆ। ਜਿੰਨੀ ਸੱਚੋ ਸੱਚ ਧਿਆਇਆ, ਸਿਮਰਨ ਵਿੱਚੋਂ ਹੀ ਸੰਤੋਖ ਉਪਜੇਗਾ। ਤੇ ਜਿਹੜਾ ਸਿਮਰਨ ਵਿੱਚੋਂ ਸੰਤੋਖ ਉਪਜਦਾ ਹੈ, ਉਹ ਅੰਦਰ ਕਦੀ ਭਟਕਦਾ ਨਹੀਂ। ਜਿਹੜਾ ਚੇਤੇ ਰੱਖੋ, ਗੱਲਾਂ ਵਿੱਚੋਂ ਸੰਤੋਖ ਉਪਜਣ ਦੀ ਗੱਲ ਕਰਨੇ, ਉਹ ਕਦੀ ਵੀ ਥਿੜਕ ਸਕਦਾ ਹੈ। ਸੱਚ ਵਿੱਚੋਂ ਨਿਕਲਿਆ ਸੰਤੋਖ। ਆਓ ਗੁਰੂ ਗ੍ਰੰਥ ਸਾਹਿਬ ਤੋਂ ਥੋੜੇ ਜਿਹੇ ਦਰਸ਼ਨ ਕਰੀਏ। ਗੁਰੂ ਅੰਗਦ ਦੇਵ ਦੀ ਇੱਕ ਬਚਨ ਹੈ ਜੀ, ਕਹਿੰਦੇ ਨੇ ਆ ਮੂੰਹ ਇਹ ਵੀ ਤ੍ਰਿਸ਼ਨਾਲੂ ਹੈ ਤੇ ਸੰਤੋਖੀ ਵੀ ਹੋ ਸਕਦਾ ਹੈ। ਅੱਖਾਂ ਤ੍ਰਿਸ਼ਨਾਲੂ ਨੇ, ਸੰਤੋਖੀ ਵੀ ਹੋ ਸਕਦੀਆਂ ਨੇ। ਕੰਨ ਤ੍ਰਿਸ਼ਨਾਲੂ ਨੇ, ਸੰਤੋਖੀ ਹੋ ਸਕਦੇ ਨੇ। ਜਿਹਦੀ ਖੌਮੇ ਮਰ ਗਈ, ਸੱਚ ਇਹ ਵੇ ਜਿਹਦਾ ਇਤ ਸੰਯਮ ਦੁੱਖ ਜਾਏ। ਕਿਹੜਾ ਦੁੱਖ ਜਾਏ? ਕੱਲੇ ਖੌਮੇ ਨਹੀਂ, ਉਸ ਖੌਮੇ ਵਿੱਚੋਂ ਜਿਹੜੇ ਮਾਰੇ ਕਰਮ ਹੀ ਨਿਕਲਦੇ ਸਨ। ਗੁਰੂ ਨੇ ਕਿਰਪਾ ਕੀਤੀ, ਉਹ ਹਰ ਕਰਮ ਜਿਹੜਾ ਛੁੱਟ ਗਿਆ, ਸੰਤੋਖ ਚਲਾ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਆਖਣ ਆਖ ਨਾ ਰੱਜਿਆ, ਪਰ ਇਹ ਮੈਂ ਅਰਜ਼ ਕਰਾਂਗਾ ਸੰਤੋਖੀ ਕਿਵੇਂ ਬਣ ਗਿਆ। ਆਖਣ ਮਤਲਬ ਸਾਡਾ ਮੂੰਹ, ਮੂੰਹ ਬੋਲ ਬੋਲ ਕੇ ਅੱਜ ਰੱਜਾ ਨਹੀਂ। ਪਤਾ ਨਹੀਂ ਕਿੰਨਾ ਕੁਝ ਬੋਲ ਬੈਠੇ, ਬੋਲੀ ਜਾ ਰਿਹਾ ਦਿਨ ਰਾਤ। ਰੱਬ ਨੂੰ ਨਹੀਂ ਜੇ ਬੋਲਦਾ, ਦੁਨੀਆ ਨੂੰ ਬੋਲਦਾ ਹੈ। ਇਕੱਠੇ ਬਹਿ ਕੇ ਰੱਜ ਕੇ ਗੱਲਾਂ ਕਰ ਲਓ। ਤੁਸੀਂ ਕਦੀ ਤਜਰਬਾ ਕਰਿਓ, ਜਦੋਂ ਬੰਦਾ ਵਿਹਲੜ ਬੈਠਾ ਹੈ ਨਾ, ਖੇਡ ਰਿਹਾ, ਟੀਵੀ ਦੇਖ ਰਿਹਾ, ਗੇਮਾਂ ਖੇਡ ਰਿਹਾ, ਇਹ ਪੁੱਛੋ ਵੀ ਕਿਉਂ? ਕਹਿੰਦਾ ਟਾਈਮ ਨਹੀਂ ਪਾਸ ਹੁੰਦਾ ਪਿਆ। ਜੇ ਉਸੇ ਵਕਤ ਗੁਟਕਾ ਲਿਆ ਕੇ ਕਹੋ ਆਪਾਂ ਚਲੋ ਜਪਜੀ ਸਾਹਿਬ ਦੇ ਪਾਠ ਕਰ ਲਈਏ, ਕਹਿੰਦਾ ਉਹ ਮੈਨੂੰ ਤਾਂ ਯਾਦ ਆ ਗਿਆ, ਟਾਈਮ ਨਿਕਲਦੀ ਕੋਈ ਨਹੀਂ ਮੇਰੇ ਕੋਲ ਤਾਂ। ਕਿੱਡਾ ਮਨ ਬੇਈਮਾਨ ਹੋਏ। ਇੱਕ ਘੜੀ ਪਹਿਲਾਂ ਕਹਿੰਦਾ ਟਾਈਮ ਇੰਨਾ ਪਿਆ ਹੈ ਕਿ ਮੈਂ ਪਾਸ ਕਿਵੇਂ ਕਰਾਂ।
ਤੇ ਦੂਜੀ ਘੜੀ ਕਹਿੰਦਾ ਨਹੀਂ ਨਹੀਂ ਨਹੀਂ, ਮੈਨੂੰ ਤਾਂ ਕੰਮ ਚਿੱਤੇ ਆ ਗਿਆ। ਨਹੀਂ, ਕਿਉਂਕਿ ਇਹ ਮੂੰਹ ਰੱਜਿਆ ਨਹੀਂ ਅਜੇ ਬੋਲ ਬੋਲ ਕੇ, ਸੰਸਾਰ 'ਚ ਪ੍ਰਵਿਰਤ ਹੈ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ। ਇੱਕ ਵਨ ਵਨ ਮੀਨਸ ਰੰਗ, ਇੱਕ ਇੱਕ ਰੰਗ 'ਚ ਪ੍ਰਵਿਰਤ ਨੇ, ਨਹੀਂ ਰੱਜੀਆਂ। ਸੰਤੋਖ ਕਿਵੇਂ ਕਰਾਂਗਾ ਸੇਵਾ ਤੋਂ? ਮਹਾਰਾਜ ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ। ਇੱਕ ਵਨ ਭੁੱਖਿਆਂ ਭੁੱਖ ਨਾ ਉਤਰੈ। ਇਹ ਸ਼ਲੋਕ ਪੌੜੀ ਨਹੀਂ ਹੈ ਪਹਿਲੀ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਪਰ ਕਿਦਨ ਰੱਜੇਗਾ ਬੰਦਾ। ਸੰਤੋਖ ਸੇਵ ਕੀਤੀ, ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ। ਗੁਣੀ ਸਮਾਏ ਜਿਨੀ ਸੱਚੋ ਸੱਚ ਤੇ ਆਇਆ, ਨਾਨਕ ਭੁੱਖਾ ਤਾਂ ਰੱਜੈ। ਅੰਦਰੋਂ ਤ੍ਰਿਪਤ ਹੋ ਗਿਆ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਆਪਣੀ ਰਚਨਾ 'ਚ ਕੀਤੀ। ਉਹਨਾਂ ਨੇ ਕਿਹਾ ਮੈਂ ਸਿਰਫ ਬੇਨਤੀ ਇਸ ਸ਼ਬਦ ਤੇ ਜ਼ੋਰ ਦੇ ਰਿਹਾ ਕਿ ਸੇਵਾ ਸੰਤੋਖੀ ਹੀ ਕਰ ਸਕਦਾ ਹੈ, ਕਿਉਂਕਿ ਉਹਦੇ ਅੰਦਰ ਮੰਗ ਕੋਈ ਨਹੀਂ। ਉਹਨੇ ਇਹ ਨਹੀਂ ਕਹਿਣਾ ਮੈਨੂੰ ਕੀ ਦੇਂਗਾ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਦਿੱਲੀ ਦੀ ਸੰਗਤ ਬਹੁਤ ਲੈਂਦੀ। ਹਰ ਗੁਰਦੁਆਰੇ 'ਚ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨਿਦ ਆਵੇ ਤਾਏ। ਮਹਾਰਾਜ ਧਮਧਾਨ ਦੀ ਧਰਤੀ ਤੇ ਬੈਠੇ ਨੇ, ਜਿਹੜਾ ਧਮਧਾਨ ਸਾਹਿਬ ਬਣ ਗਿਆ। ਇੱਕ ਸਿੱਖ ਆਇਆ, ਕਹਿੰਦਾ ਸੇਵਾ ਕੀ ਕਰਾਂ। ਮਨ ਨੇ ਕਿਹਾ ਵੀ ਰੇਤਲਾ ਇਲਾਕਾ ਹੈ ਬਾਂਗਰ ਦਾ, ਮਿੱਟੀ ਉੱਡਦੀ ਏ, ਗਰਮੀ ਦੇ ਦਿਨ ਨੇ। ਮਨਾ ਇੱਕ ਕੰਮ ਕਰ, ਜਿੱਥੇ ਗੁਰਦੇਵ ਦਾ ਦੀਵਾਨ ਲੱਗਣਾ ਇੱਥੇ ਪਾਣੀ ਦਾ ਛਿੜਕਾਅ ਕਰ ਦੇ। ਪਿਆਰਿਓ, ਸੇਵਾ ਤਾਂ ਗੁਰਦੁਆਰੇ ਕੀ, ਤੁਸੀਂ ਜਿੱਥੇ ਵੀ ਜਾਓ ਕੋਈ ਥਾਂ ਐਸੀ ਨਹੀਂ ਜਿੱਥੇ ਸੇਵਾ ਨਹੀਂ ਪਈ। ਜਿਹੜਾ ਰੱਬ ਦੀ ਸੇਵਾ ਕਰਦਾ ਹੈ ਨਾ, ਉਹ ਚਾਰ ਦੀਵਾਰੀ ਧਰਮ ਸਥਾਨ ਦੀ ਤੋਂ ਟੱਪ ਕੇ ਸੇਵਾ ਕਰਦਾ। ਮੇਰੀ ਬੇਨਤੀ ਸੁਣਿਓ, ਕਈ ਵਾਰੀ ਇਹ ਵੀ ਸ਼ਬਦ ਕੌਮੇ ਨਾਲ ਜੁੜਿਆ ਹੁੰਦਾ ਹੈ। ਜਿਹੜਾ ਮੈਨੂੰ ਦੱਸੋ, ਗੁਰੂ ਨਾਨਕ ਸਾਹਿਬ ਕੋੜੀ ਦੇ ਘਰ ਸਾਰੀ ਰਾਤ ਕੀਰਤਨ ਕੀਤਾ, ਉਹਦਾ ਘਰ ਧਰਮਸ਼ਾਲਾ ਸੀ ਕੋਈ? ਆਪਣੀ ਸੁਰਤ ਨੂੰ ਚੁੱਕੋ, ਸਿੱਖੋ। ਮੇਰੀ ਬੇਨਤੀ ਹੈ, ਭਗਤ ਪੂਰਨ ਸਿੰਘ ਨੇ ਰੋਂਦੇ ਹੋਏ ਬੱਚੇ, ਕੋੜ ਦੇ ਨਾਲ ਭਰੇ ਬੱਚੇ, ਜਿਨ੍ਹਾਂ ਨੂੰ ਘਰ ਦੇ ਜੀ ਕਮਲਿਆਂ ਨੂੰ ਧੀਆਂ ਭੈਣਾਂ ਨੇ ਰੱਖਦੇ, ਉਹਨਾਂ ਨੂੰ ਗਲਵਕੜੀ ਚ ਲਿਆ। ਉਹ ਕਿਹੜੇ ਗੁਰਦੁਆਰੇ 'ਚ ਖਲੋਤਾ? ਨਹੀਂ, ਗੁਰਦੁਆਰੇ 'ਚੋਂ ਸਿੱਖ ਕੇ ਜਾਈਦਾ ਵੀ ਗੁਰੂ ਤੇ ਰੱਬ ਦੀ ਸੇਵਾ ਕਿਵੇਂ ਕਰਨੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮੈਂ ਬੇਨਤੀ ਕਰਾਂਗਾ, ਸੰਤੋਖ। ਉਹਨੇ ਪਾਣੀ ਦਾ ਛਿੜਕਾਓ ਸ਼ੁਰੂ ਕਰ ਦਿੱਤਾ। ਜਿਹੜੀ ਸੇਵਾ ਦੀ ਲੋੜ ਹੋਵੇ ਉਹੀ ਕਰ ਲਈਏ। ਹੁਣ ਮੰਨ ਲਓ ਗੁਰਦੁਆਰੇ ਸਾਹਿਬ ਰੁਮਾਲੇ ਬੜੇ ਨੇ, ਬਹੁਤ ਰੁਮਾਲੇ। ਹਰਿਮੰਦਰ ਸਾਹਿਬ ਵੀ ਇੱਥੇ ਵੀ ਬੜੇ ਤਰਲੇ ਮਾਰਨੇ ਆ ਵੀ ਕਿੰਨੇ ਸਾਲ ਬਾਅਦ ਨੰਬਰ ਆਵੇਗਾ। ਉਹ ਗੁਰਮਖੋ, ਰੁਮਾਲਾ ਲਾ ਕਾਂਗੇ ਅੱਜ ਮਹਾਰਾਜ ਤੁਹਾਨੂੰ ਰੁਮਾਲਾ ਲਾਇਆ ਸੀ। ਤੇ ਜੇ ਮੰਨ ਲਓ ਬਾਹਰ ਸੰਗਤ ਆਉਂਦੀ ਏ, ਪਾਣੀ ਵਾਲਾ ਕੂਲਰ ਕੋਈ ਨਹੀਂ, ਤੁਸੀਂ ਬਾਹਰ ਕੂਲਰ ਲਾ ਦਿਓਗੇ, ਮੇਰਾ ਗੁਰੂ ਗ੍ਰੰਥ ਸਾਹਿਬ ਖੁਸ਼ ਹੋ ਕੇ ਕਹੇਗਾ, ਵਾਹ ਸਿੱਖਾਂ, ਮੇਰੇ ਕੱਪੜਿਆਂ ਨਾਲ ਸਰ ਜਾਏਗਾ, ਕਿਸੇ ਦੇ ਮੂੰਹ 'ਚ ਪਾਣੀ ਪਾ ਦਿੱਤਾ, ਤੂੰ ਮੇਰੀ ਖੁਸ਼ੀ ਲੈ ਗਿਆ। ਅਸੀਂ ਬੱਝੇ ਹਾਂ ਕੁਝ ਚੀਜ਼ਾਂ ਨਾਲ। ਅੱਜ ਜਿੱਦਣ ਦਿੱਲੀ 'ਚ ਨਗਰ ਕੀਰਤਨ ਹੁੰਦਾ, ਕਰੋੜਾਂ ਰੁਪਈਆਂ ਦਾ ਲੰਗਰ ਇੱਕ ਦਿਨ ਛਕਦੇ ਹਾਂ ਆਪਾਂ ਸਾਰੇ, ਬਨ ਬਨ ਕੇ ਛਕਾਉਂਦੇ ਹਾਂ ਲੋਕਾਂ ਨੂੰ। ਸੱਚੀ ਗੱਲ, ਘੇਰ ਘੇਰ ਕੇ ਬੰਦਾ ਜਿਵੇਂ ਡਾਂਗਾਂ ਨਾਲ ਘੇਰ ਕੇ ਨਹੀਂ ਕਹਿੰਦਾ ਛਕ, ਇਸ ਤਰ੍ਹਾਂ ਹੀ ਕਰਨੇ, ਤਰਲੇ ਮਾਰ ਕੇ ਨਹੀਂ। ਜੇ ਇਹਨੂੰ ਆਪਾਂ ਗੁਰੂ ਦੀ ਸ਼ਬਦ ਦੀ ਰੋਸ਼ਨੀ ਸੇਵਾ ਲੈ ਜਾਈਏ ਤੇ ਸਾਰਾ ਸਾਲ ਕਿਵੇਂ ਲੰਗਰ ਚੱਲਦਾ ਰਹੇ। ਖੈਰ, ਇਹਨੂੰ ਨੈਗੇਟਿਵ ਨਾਲ ਜਾਓ। ਹਰ ਕੋਈ ਕਹੇਗਾ ਸਾਡੀ ਸ਼ਰਧਾ ਤੇਰੇ ਪੱਲੇ ਕੁਛ ਨਹੀਂ, ਤੂੰ ਖੰਡਨ ਕਰ ਲਾ ਪਿਆ। ਨਹੀਂ, ਸੇਵਾ ਵਾਲਾ ਪੱਖ ਦੇਖਿਓ। ਉਹਨੇ ਜੀ ਵੇਖਿਆ ਪਾਣੀ ਦਾ ਛਿੜਕਾਓ ਕਰਨ ਲੱਗ ਪਏ। ਫਿਰ ਕੀ ਕਰਨਾ, ਜਿੱਥੇ ਮਾਰੇ ਇਸ਼ਨਾਨ ਕਰਨਾ, ਸਾਰੇ ਘੜੇ ਪਾਣੀ ਨਾਲ ਭਰਨੇ। ਪਹਿਲਾਂ ਘੜੀ ਸੰਜੀ ਲੰਗਰ ਦਾ ਪਾਣੀ ਭਰਨਾ। ਦਿਨ 'ਚ ਵੱਧ ਤੋਂ ਵੱਧ 3-4 ਘੰਟੇ ਕਿਤੇ ਸਮਾਂ ਮਿਲਣਾ। ਹੋਇਆ ਕਿ ਲਗਾਤਾਰ ਗਾਗਰ ਚੁੱਕ ਚੁੱਕ ਕੇ ਸਿਰ ਦੇ ਵਿੱਚ ਪਸੀਨਾ ਕੇਸਾਂ ਵਿੱਚ ਆ ਗਿਆ ਤੇ ਜ਼ਖਮ ਬਣ ਗਏ। ਇੱਕ ਦਿਨ ਦੁਪਹਿਰੇ ਇਕੱਲਾ ਬੈਠਾ, ਆਪਣੇ ਸਿਰ ਦੇ ਉੱਪਰੋਂ ਕੱਪੜਾ ਲਾ ਕੇ ਕੇਸ ਜਿਹੜੇ ਨੇ ਉਹ ਜ਼ਖਮ ਨਾਲ ਜੁੜੇ ਪਏ ਸਨ, ਉਹਨਾਂ ਨੂੰ ਇੱਕ ਇੱਕ ਕਰਕੇ ਵਾਹ ਕਰਦੇ ਨੇ। ਤੇ ਮਾਤਾ ਨਾਨਕੀ ਜੀ ਨੇ ਦੇਖ ਲਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ, ਉਹਨਾਂ ਦੇਖਿਆ ਤੇ ਇੱਕੋ ਦਮ ਖੜਾਕ ਸੁਣ ਕੇ ਆਪਣਾ ਸਿਰ ਢੱਕ ਲਿਆ, ਗਾਗਰ ਚੁੱਕ ਲਈ। ਮਾਤਾ ਜੀ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਆਹ ਜਿਹੜਾ ਸਿੱਖ ਗਾਗਰ ਢੋਂਦਾ ਹੈ ਨਾ,
ਇਹਦਾ ਕੱਪੜਾ ਉਤਰਵਾ ਕੇ ਦੇਖੋ ਇਹਦੇ ਸਿਰ 'ਚ ਜ਼ਖਮ ਹੋਏ ਨੇ। ਉਹ ਆਏ, ਹਜ਼ੂਰ ਨੇ ਕੋਲ ਬੁਲਾ ਲਿਆ, ਕਹਿਣ ਲੱਗੇ ਤੁਹਾਡੇ ਸਿਰ 'ਚ ਜ਼ਖਮ ਨੇ? ਕਹਿੰਦੇ ਨਹੀਂ ਮਹਾਰਾਜ ਨਹੀਂ। ਸਤਿਗੁਰੂ ਕਹਿੰਦੇ ਨੇ ਦੇਖਿਆ ਜ਼ਖਮ ਸਨ। ਸਤਿਗੁਰੂ ਨੇ ਹੱਥਾਂ ਨਾਲ ਸਾਫ਼ ਕੀਤਾ, ਨਾਲ ਕਿਹਾ ਜਾ ਸਿੱਖਾ ਤੂੰ ਸਾਡਾ ਮੀਆਂ ਸਾਹਿਬ ਹੈ। ਮੈਂ ਸਿਰਫ ਪ੍ਰਕਰਨ ਤੋਂ ਦੂਰ ਨਾ ਜਾਇਓ, ਸੇਵ ਕੀਤੀ ਸੰਤੋਖ ਹੀ, ਹਰ ਪੱਖੋਂ ਸੰਤੁਸ਼ਟ ਹੁੰਦਾ ਸੇਵਾ ਵਾਲਾ। ਤੂੰ ਸੇਵਾ ਕੀਤੀ, ਤੂੰ ਸਾਡਾ ਮੀਆਂ ਹੈ, ਮੀਆਂ ਸਾਹਿਬ ਇਹ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਜਿਵੇਂ ਪਾਣੀ ਛਟਕਾ ਛਟਕਾ ਕੇ ਤੂੰ ਮਿੱਟੀ ਬਿਠਾਈ, ਪਿਆਸ ਬੁਝਾਈ, ਗਰਮੀ ਦੂਰ ਕੀਤੀ, ਇੱਕ ਦੱਖਣੀ ਬਲਦ ਦਿੱਤਾ, ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਸਾਹਿਬ ਦਿੱਤਾ। ਕਹਿਣ ਲੱਗੇ ਜਾ ਗਾਗਰ ਢੋਣ ਵਾਲਿਆ, ਪਾਣੀ ਦੀ ਵਰਖਾ ਕਰਨ ਵਾਲਿਆ, ਤੇਰੇ ਅੰਦਰ ਗੁਰੂ ਵਰਤ ਗਿਆ, ਹੁਣ ਬਾਣੀ ਦੀ ਵਰਖਾ ਕਰਿਆ ਕਰ, ਛੱਡ ਦੇ ਗਾਗਰ ਮੈਨੂੰ ਦੇ ਦੇ। ਇਹ ਸਨ ਪ੍ਰਚਾਰਕ ਗੁਰੂ ਦੇ, ਜਿਹੜੇ ਗੁਰੂ ਨੇ ਥਾਪੇ ਬਖਸ਼ਿਸ਼ ਚੋਂ। ਤੁਰ ਪਿਆ ਜੀ, ਉਹਨਾਂ ਬੜਾ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਇਹ ਆਨੰਦਪੁਰ ਸਾਹਿਬ ਆਏ, ਕਲਗੀ ਵਾਲੇ ਸਿੰਘਾਸਨ ਤੇ ਨੇ। ਜਦੋਂ ਆਨੰਦਪੁਰ 'ਚ ਬੜੇ ਮਸਤਾਨੇ ਰਹਿੰਦੇ ਸਨ, ਐ ਨਗਾਰਾ ਵਜਾਉਂਦੇ ਆਏ, ਠਾ ਠਾ ਦਰਬਾਰ ਤੱਕ ਆ ਗਏ ਨਗਾਰਾ ਵਜਾਉਂਦੇ। ਜਦੋਂ ਆਵਾਜ਼ ਆਈ, ਮਹਾਰਾਜ ਗੁਰੂ ਗੋਬਿੰਦ ਸਿੰਘ ਪੁੱਛਦੇ ਨੇ ਇਹ ਕਾਹਦੀ ਆਵਾਜ਼? ਕਹਿਣ ਲੱਗੇ ਮਹਾਰਾਜ ਬਾਹਰ ਜਾ ਕੇ ਮੇਵਣੇ ਮਹਾਰਾਜ ਭਾਈ ਮੀਆਂ ਸਾਹਿਬ ਆਏ। ਸਤਿਗੁਰੂ ਕਹਿੰਦੇ ਉਹ ਪਤਾ ਨਹੀਂ ਸੰਗਤ ਬੈਠੀ ਹੈ, ਨਗਾਰਾ ਵਜਾਈ ਜਾਂਦੇ ਨੇ, ਇਹ ਕੋਈ ਨਗਾਰਾ ਵਜਾਉਣ ਦਾ ਵੇਲਾ? ਖੋਲੋ ਇਹ ਤੋਂ ਨਗਾਰਾ। ਸੇ ਗਾਇਕ ਨੇ ਨਗਾਰਾ ਖੋਲਿਆ, ਦੂਜੇ ਨੇ ਬਲਦ ਖੋਲਿਆ, ਤੀਜੇ ਨੇ ਕਿਹਾ ਛੱਡ ਨਿਸ਼ਾਨ ਸਾਹਿਬ ਦੇ। ਮੱਥਾ ਟੇਕ ਕੇ ਪਿੱਛੇ ਜਾ ਕੇ ਬਹਿ ਗਿਆ ਭਾਈ ਮੀਆਂ। ਸਮਾਪਤੀ ਹੋਈ। ਸੱਚੇ ਪਾਤਸ਼ਾਹ ਕਹਿੰਦੇ ਨੇ ਦੱਸ ਬਈ ਕਿੱਥੇ ਤੇਰਾ ਨਗਾਰਾ, ਕਿੱਥੇ ਤੇਰਾ ਬਲਦ, ਕਿੱਥੇ ਨਿਸ਼ਾਨ? ਚਰਨ ਪਕੜ ਕੇ ਕਹਿੰਦਾ ਮੇਰਾ ਤੇ ਹੈ ਹੀ ਨਹੀਂ ਸੀ, ਮੇਰਾ ਨਹੀਂ ਸੀ। ਆ ਜੇ ਇੱਕ ਸੇਵਾਦਾਰ ਦਾ ਅੰਦਰ, ਕਹਿੰਦਾ ਮੇਰਾ ਕਦੋਂ ਸੀ, ਮੈਂ ਕਦੋਂ ਘਰੋਂ ਲੈ ਕੇ ਆਇਆ? ਗਾਗਰ ਚਕਾਈ, ਮੈਂ ਗਾਗਰ ਚੁੱਕ ਲਈ। ਜੇ ਤੁਹਾਡੇ ਪਿਤਾ ਨੇ ਬਲਦ ਦਿੱਤਾ, ਨਿਸ਼ਾਨ ਦਿੱਤਾ, ਨਗਾਰਾ ਦਿੱਤਾ, ਮੈਂ ਉਹ ਲੈ ਲਿਆ। ਜੇ ਪੁੱਤਰ ਨੇ ਖੋਲਿਆ, ਹੁਣ ਮੈਨੂੰ ਅਗਲਾ ਹੁਕਮ ਦੱਸੋ ਮੈਂ ਕੀ ਕਰਨਾ? ਦੱਸੋ ਜੀ ਮਹਾਰਾਜ। ਸਤਿਗੁਰੂ ਦੀਆਂ ਅੱਖਾਂ ਭਰ ਆਈਆਂ। ਕਹਿਣ ਲੱਗੇ ਸੀ ਵਹਿੰਦੇ ਪੈਸਾ ਕਿਤੇ ਨਗਾਰਾ ਵਜਾ ਵਜਾ ਕੇ ਅੰਦਰ ਖੌਮੇ ਦਾ ਬੀਜ ਤਾਂ ਨਹੀਂ ਪੁੰਗਰ ਪਿਆ? ਕਹਿੰਦੇ ਤੇਰਾ ਦਿੱਤਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ, ਮੇਰਾ ਤੇ ਹੈ ਨਹੀਂ, ਤੇਰਾ ਹੈ। ਕਿਉਂ ਤੁਸੀਂ ਧੱਕੇ ਨਾਲ ਮੇਰੇ ਖਾਤੇ 'ਚ ਪਾਈ ਜਾਂਦੇ ਹੋ? ਤੇਰਾ 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 ਨਹੀਂ, ਮੇਰਾ ਨਹੀਂ, ਸਭ ਕੁਝ ਤੇਰਾ। ਅਗਲਾ ਹੁਕਮ ਕੀ? ਮਹਾਰਾਜ ਨੇ ਕਿਹਾ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੰਦੇ ਆ, ਇਹੋ ਜਿਹਾ ਨਗਾਰਾ ਵਜਾ ਜਿੱਥੋਂ ਤੂੰ ਲੰਘੇਗਾ ਸਿੱਖੀ ਦੀ ਸੁਗੰਧੀ ਆਇਆ ਕਰੇਗੀ। ਉਹ ਸਬਰ 'ਚ ਡਿੱਕਿਆ ਹੋਇਆ ਸੰਤੋਖੀ ਹੈ, ਉਹਨੇ ਸੱਚ ਨੂੰ ਧਿਆ ਕੇ ਆਹ ਹੈ ਸੇਵਾ। ਫਿਰ ਮੈਂ ਬੇਨਤੀ ਕਰਾਂਗਾ ਪਿਆਰਿਓ, ਸੰਤੋਖ ਦੇ ਅਰਥ ਕੱਲੇ ਧਨ ਨਾਲ ਨਹੀਂ। ਸੰਤੋਖੀ ਜਿਹੜਾ ਜੀਭ ਕਰਕੇ ਰੱਜ ਗਿਆ, ਅੱਖਾਂ ਕਰਕੇ ਰੱਜ ਗਿਆ। ਰੱਜਣ ਦਾ ਮਤਲਬ, ਮੇਰੀ ਇਹ ਬੇਨਤੀ, ਰੱਜਣ ਦਾ ਅਰਥ ਭੋਗਣਾ ਨਾ ਸਮਝਣਾ। ਜਿਵੇਂ ਮੰਨ ਲਓ ਭੁੱਖ ਲੱਗੀ, ਰੋਟੀ ਖਾ ਲਈ, ਮੈਂ ਰੱਜ ਗਿਆ, ਇਹਦਾ ਮਤਲਬ ਇਹ ਨਹੀਂ ਅੱਖਾਂ ਦਾ ਪਰਾਇਆ ਰੂਪ ਦੇਖ ਦੇਖ ਕੇ ਰੱਜ ਗਿਆ। ਰੱਜਣ ਦਾ ਮਤਲਬ ਹੈ ਕਿ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮਨ ਤੇ ਛੁਟਿਓ, ਕਰ ਬੈਠੋ ਵਿਸ਼ਰਾਮ। ਸੰਤੋਖ ਹੁਣ ਨਹੀਂ ਭਟਕਦਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਅੱਖੀ ਵੇਖ ਨ ਰੱਜੀਆਂ ਬੋ ਰੰਗ ਤਮਾਸ਼ੇ, ਸੇਵ ਕੀਤੀ ਸੰਤੋਖ ਹੀ। ਅੱਖੀ ਵੇਖ ਨ ਰੱਜੀਆਂ ਬੋ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ। ਸਾਧੀ ਜੀਵ ਨ ਰੱਜਿਆ ਕਰ ਭੋਗ ਵਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਗੁਰਮੁਖੋ ਸੱਚ ਏ ਵੇ ਜਿਹਦਾ ਖੌਮੇ ਦਾ ਰੋਗ ਚਲਾ ਗਿਆ। ਪੌੜੀ ਕਹਿੰਦੀ ਉਹ ਕੀ ਬਣ ਗਿਆ? ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਜੁਗ ਜਾਏ, ਇਤ ਸੰਜਮ ਦੁੱਖ ਜਾਏ। ਤੇ ਗੁਰੂ ਨਾਨਕ ਸਾਹਿਬ ਦੀ ਨਾਲ ਪੌੜੀ ਗੁਰੂ ਅਰਜਨ ਦੇਵ ਦਰਜ ਕਰ ਦਿੱਤੀ। ਇਸ ਤਰ੍ਹਾਂ ਚਲਾ ਗਿਆ ਤੇ ਉਹ ਬਣ ਗਿਆ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਹਨੇ ਸੱਚ ਨੂੰ ਧਿਆਇਆ, ਉਹਦੇ ਵਿੱਚੋਂ ਸੰਤੋਖ ਨਿਕਲਿਆ। ਉਹ ਤ੍ਰਿਪਤ ਹੋ ਗਿਆ, ਰੱਜ ਗਿਆ, ਕੋਈ ਬਾਹਰ ਦੀ ਭਟਕਣਾ ਨਹੀਂ ਰਹੀ। ਸੱਚ ਦੇ ਭੋਜਨ ਨੂੰ ਛਕ ਲਿਆ, ਕਿਉਂਕਿ ਭਟਕਣਾ ਰਹੀ ਨਹੀਂ। ਫਿਰ ਮੈਂ ਬੇਨਤੀ ਕਰਾਂਗਾ, ਜਿਹੜਾ ਸੱਚ ਨੂੰ ਧਿਆਉਂਦਾ, ਇਹਦੇ ਅਰਥ ਇੱਥੋਂ ਸ਼ੁਰੂ ਕਰੀਏ। ਜਿਨੀ ਸੱਚੋ ਸੱਚ ਧਿਆਇਆ ਸੰਤੋਖੀ, ਮੈਂ ਅਨਵੈ ਅਰਥ ਕਰ ਲੱਗਾ। ਸੱਚ ਨੂੰ ਧਿਆਇਆ ਸੰਤੋਖੀ, ਫਿਰ ਸੰਤੋਖੀ ਨੇ ਸੇਵ ਕਮਾਈ, ਉਹਨੇ ਸੇਵਾ ਕੀਤੀ। ਇਸ ਪ੍ਰਕਰਨ ਨੂੰ ਸੁਬਾ ਲੜੀ ਵਿੱਚ ਆਪਾਂ ਯਤਨ ਕਰਾਂਗੇ ਇਸ ਪੌੜੀ ਦੇ ਅਰਥ ਹੋ ਸਕਣ।
क्योंकि जदों संतोखी सेवा करता है, किवें संतोख हो गया, ਉਹਨੇ दुनिया तो बंधन तोड़ दिते, की परिवार नूं छड्ड दिता, ਉਹਦੀ सुरत बंधना के उलझना च पैंदी नहीं पई, वो मंदे रस्ते ते पैर ही नहीं रखता, नेक कर्म कर रहा है। सच्ची गल ये जे ਉਹਦਾ हर रखिया होया पैर ही नेक बन जाता। भाई साहब ने कहा लोग गुरु की परिक्रमा करते हैं, जिहदे अंदर शब्द साखियात हो जाए, उन्हां दा जिन्ना तुरना हुंदा है और पैर पटने परिक्रमा हो जाती है। सेव कीती संतोखी जिनी सच्चो सच ध्याया, उन्नी जिन्हां दा दुख चला गया उम्मे दा, उन्नी दुनिया तोड़े बंदना अन पानी थोड़ा खाया। उन्होंने फिर उसकी सिफत की, सेव की संतोखी जिनी सच्चो सच ध्याया, उन्हें मंदे पैर न रखियो कर सुकृत धर्म कमाया। उन्हें दुनिया तोड़े बंदना अन पानी थोड़ा खाया, तू बख्शीशी अगला बख्शा कीतियां, नित देवैं आ सेवादार नूं भरपूर कर दिता, जा बेटा दिन रात चौगनी तरक्की, नित देवैं चढ़ा सवाया। सेवादार नूं पुछया कर्म करके पा लिया, कहना नहीं नहीं वडियाई वड्डा पाया। ये असीं सुबह विचारांगे, भावां कि इस पौड़ी च एक एक सबजैक्ट जिहड़ा लुकिया होया, सुकृत की है, मंदे पैर की है, पर मैं यतन करांगा सवेरे 1.5 घंटा जिन्ना समा आप टिका बख्शोगे, आयो जरूर मेरी बेनती है, क्योंकि चलो है तो वर्किंग डे, न्याणिਆਂ ਨੂੰ ਸਕੂਲ ਸਕਾਲ ਘੱਲ के आ जाओ। तै जी का खालसा वाहिगुरू जी।